ਨਾਭਾ ਵਿਖੇ ਪਹੁੰਚੇ ਆ ਤੇ ਇੱਥੇ ਵੀ ਪੂਰਾ ਜਿਹੜਾ ਭੀੜ ਲੱਗੀ ਹੋਈ ਹੈ। ਜਿਵੇਂ ਹੀ ਸਵੇਰ ਦਾ ਸਮਾਂ ਸ਼ੁਰੂ ਹੋਇਆ ਹੈ ਤਾਂ ਕੰਮ ਕਰਾਉਣ ਵਾਲੇ ਇੱਥੇ ਪਹੁੰਚ ਗਏ ਨੇ। ਐਮਐਲਏ ਗੁਰਦੇਵ ਸਿੰਘ ਦੇਮਾਨ ਜੀ ਦਾ ਸਨਮਾਨ ਕਰਨ ਲਈ ਕੋਈ ਵੀ ਮੇਰਾ ਵੀਰ ਬੁੱਕਾ ਜਾਂ ਗਿਫਟ ਨਾ ਲੈ ਕੇ ਆਵੇ, ਉਹੀ ਪੈਸਾ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਕੀਤੀ ਜਾਵੇ। ਇੱਥੇ ਜਿਹੜੀ ਪਹਿਲਾਂ ਰਾਜਨੀਤੀ ਸੀ ਨਾ, ਉਹ ਵੱਡੀਆਂ ਵੱਡੀਆਂ ਗੱਡੀਆਂ, ਹੂਟਰ, ਪੁਲਿਸ ਅੱਗੇ ਪਿੱਛੇ, ਤੇ ਸ਼ਹਿਰ ਦੇ ਵਿੱਚ ਇੱਕ ਅਜੀਬ ਜਿਹਾ ਮਾਹੌਲ ਪੈਦਾ ਕਰਦਾ ਸੀ ਉਹ ਹੂਟਰ ਜਿਹੜਾ, ਤੇ ਹੁਣ ਉਹ ਸਾਰਾ ਸਾਇਲੈਂਟ ਹੈ। ਪਹਿਲੀ ਵਾਰ ਜਦੋਂ ਮੈਂ ਇੱਥੇ ਆ ਕੇ ਜਦੋਂ ਗੱਲ ਕਰਦਾ ਸੀ ਨਾ ਕਿ ਇੱਦਾਂ ਦਾ ਸਿਸਟਮ ਬਣਾਵਾਂਗੇ, ਤੁਸੀਂ ਇੱਕ ਵਾਰੀ ਮੌਕਾ ਦਿਓ, ਤਾਂ ਲੋਕਾਂ ਨੂੰ ਇਹ ਲੱਗਦਾ ਸੀ ਵੀ ਇਹ ਕਿਹੜੀ ਦੁਨੀਆ ਦੀ ਗੱਲ ਕਰ ਰਹੇ ਆ। ਕਈ ਸੜਕਾਂ ਵੀ ਐਸੀਆਂ ਨੇ ਜਿਹੜੀਆਂ ਕਾਗਜ਼ਾਂ 'ਚ ਹੀ ਬਣੀਆਂ ਹੋਈਆਂ ਨੇ, ਜਦੋਂ ਉੱਥੇ ਜਾ ਕੇ ਚੈੱਕ ਕੀਤਾ ਤਾਂ ਸੜਕ ਹੀ ਨਹੀਂ ਹੈਗੀ। ਬਿਲਕੁਲ ਜੀ, ਬਿਲਕੁਲ ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਆ। ਇਹੋ ਜਿਹੇ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਕਾਗਜ਼ੀ ਚੱਲਦੇ ਆ, ਕਿਉਂਕਿ ਜਦੋਂ ਜਿਹੜਾ ਉੱਪਰ ਮੁਖੀਆ ਆਪ ਹੀ ਚੋਰ ਹੋਵੇ ਜੀ, ਫਿਰ ਥੱਲੇ ਦਾ ਸਿਸਟਮ ਚੱਲਣਾ ਹੀ ਚੱਲਣਾ। ਲੋਕਾਂ ਦਾ ਜਿਨ੍ਹਾਂ ਦਾ ਵਜ਼ੀਫਾ ਖਾਧਾ, ਜਿਹਦੀ ਵਜ੍ਹਾ ਕਰਕੇ ਬਹੁਤ ਸਾਰੇ ਬੱਚੇ ਐਗਜ਼ਾਮ ਨਹੀਂ ਦੇ ਸਕੇ ਔਰ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਤਬਾਹ ਕੀਤਾ ਇਸ ਬੰਦੇ ਨੇ, ਸਾਧੂ ਧਰਮਸੋਤ ਨੇ। ਕਾਂਗਰਸ ਦੇ ਇਹ ਸਮਝ ਲਓ ਵੀ 8-10 ਤਾਂ ਮਿਨਿਸਟਰ ਐਸੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਸੀ, ਜਿਹੜੇ ਲਗਾਤਾਰ ਇਹਨਾਂ ਗੱਲਾਂ ਕਰਕੇ ਹੀ ਜਿਹੜੇ ਚਰਚਾ ਦੇ ਵਿੱਚ ਸੀਗੇ। ਔਰ ਸਭ ਤੋਂ ਵੱਧ ਚਰਚਾ ਦੇ ਵਿੱਚ ਸਾਧੂ ਧਰਮਸੋਤ ਸੀਗਾ। ਨਗਰ ਕੌਂਸਲ ਨਾਭਾ ਦੇ ਵਿੱਚ ਨਾ ਜੀ, ਮੇਰੇ ਖਿਆਲ ਪੰਜਾਬ ਤੋਂ ਸਭ ਤੋਂ ਵੱਧ ਭ੍ਰਿਸ਼ਟਾਚਾਰ ਇੱਥੇ ਸਾਧੂ ਧਰਮਸੋਤ ਨੇ ਕਰਾਇਆ। ਤੇ ਉਹ ਵੀ ਟੀਚਰ ਦੇਖੋ ਜਿਹੜੇ 8-9 ਹਜ਼ਾਰ ਰੁਪਏ ਦੇ ਵਿੱਚ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾ ਰਹੇ ਨੇ, ਜਾਂ ਹੋਰ ਵੀ ਕਈ ਮਹਿਕਮੇ ਨੇ ਜਿੱਥੇ 8-8, 9-9 ਹਜ਼ਾਰ ਰੁਪਏ ਦੇ ਵਿੱਚ ਲੋਕ ਕੰਮ ਕਰ ਰਹੇ ਨੇ, ਗੁਜ਼ਾਰਾ ਕਰ ਰਹੇ ਨੇ। ਦੇ ਵਿੱਚ ਪਿਛਲੇ 7-8 ਸਾਲਾਂ ਤੋਂ ਦਿੱਲੀ ਇੱਕ ਨਵਾਂ ਪੈਸਾ ਰੇਟ ਨਹੀਂ ਵਧਾਇਆ, ਔਰ ਕਿਵੇਂ ਲੋਕਾਂ ਨੂੰ ਫ੍ਰੀ, ਉਹ ਸਾਰਾ ਕੋਈ ਕਨਸੈਪਟ ਦਿਖਾਉਣਾ ਤਾਂ ਹੀ ਸਮਝ ਆਊਗੀ ਨਾ ਗੱਲ। ਇਹਨਾਂ ਨੇ ਉਸ ਚੀਜ਼ ਨੂੰ ਜੀ, ਉਹ ਦੇਖੋ ਜੀ, ਦਿੱਲੀੋਂ ਪੰਜਾਬ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ, ਅਫਸਰ ਉੱਤੇ ਬੁਲਾ ਲਿਆ। ਸੈਂਟਰਲ ਗਵਰਨਮੈਂਟ ਹਰੇਕ ਸਾਲ ਇੱਕ ਵਿਅਕਤੀ ਨੂੰ, ਜਾਣੀ ਕਿ ਜਿੰਨੀ ਆਬਾਦੀ ਆਪਣੀ ਪੰਜਾਬ ਦੀ, ਹਰੇਕ ਵਿਅਕਤੀ ਨੂੰ ਪਿੰਡ ਦੇ ਹਿਸਾਬ ਨਾਲ ਇੱਕ ਬੰਦੇ ਨੂੰ 880 ਰੁਪਏ ਦਿੰਦੀ ਹੈ। ਉਹ ਪੈਸੇ ਦਾ ਹਿਸਾਬ ਕਿਤਾਬ ਹੀ ਨਹੀਂ, ਕੌਣ ਕਿੱਥੇ ਜਾ। 880 ਰੁਪਏ 1 ਰੁਪਏ ਪਰ ਪਰਸਨ ਸੈਂਟਰਲ ਗਵਰਨਮੈਂਟ ਦਾ ਪੰਜਾਬ ਸਰਕਾਰ ਨੂੰ ਆਉਂਦਾ ਜੀ। ਇੱਥੇ ਵੀਡੀਓ ਦਫ਼ਤਰ ਦੇ ਵਿੱਚ ਮੈਂ ਮੀਟਿੰਗ ਕੀਤੀ, ਮੈਂ ਪਿੱਛੇ ਗਿਆ, ਤੇ ਮੈਂ ਚੈੱਕ ਕੀਤਾ, ਉੱਥੇ ਇੱਕ ਜਨਰੇਟਰ ਲੱਗਿਆ ਸੀ। ਮੈਂ ਕਿਹਾ ਜੀ ਜਨਰੇਟਰ ਸਹੀ ਕੰਮ ਕਰਦਾ? ਉਹ ਕਹਿੰਦੇ ਜੀ ਹਾਂ। ਮੈਂ ਕਿਹਾ ਵੀ ਇਹ ਜਨਰੇਟਰ ਤੁਸੀਂ ਨਵਾਂ ਲਿਆ ਕਿ ਪੁਰਾਣਾ? ਕਹਿੰਦੇ ਜੀ ਪੁਰਾਣਾ ਲਿਆ। ਮੈਂ ਕਿਹਾ ਕਿੰਨੇ ਦਾ ਲਿਆ? ਕਹਿੰਦੇ ਜੀ ਲੱਖ, ਪਤਾ ਨਹੀਂ 1.5 ਲੱਖ ਰੁਪਏ ਦੱਸਿਆ ਉਹਨਾਂ ਨੇ। ਤੇ ਮੈਨੂੰ ਫਿਰ ਕਿਸੇ ਨੇ ਅੰਦਰੋਂ ਦੱਸਿਆ ਕਿ ਇਹ ਜਨਰੇਟਰ ਦਾ 7 ਲੱਖ ਰੁਪਇਆ ਨਵੇਂ ਦਾ ਬਿੱਲ ਪਾਇਆ ਹੋਇਆ ਜੀ। ਇਹ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਕੰਮ ਹੁੰਦੇ ਰਹੇ ਨੇ। ਔਨ 에ਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਿੰਘ ਚੱਡਾ ਕਰਦਾ ਸਵਾਗਤ। ਸੋ ਅੱਜ ਨਾਭੇ ਦੀ ਧਰਤੀ ਤੇ ਪਹੁੰਚੇ ਆ, ਰਿਆਸਤੀ ਸ਼ਹਿਰ ਨਾਭਾ। ਸੋ ਰਿਆਸਤੀ ਸ਼ਹਿਰ ਨਾਭਾ ਦੇ ਐਮਐਲਏ ਬਣੇ ਨੇ ਦੇਵ ਮਾਨ, ਜੋ ਕਿ ਪਹਿਲੀ ਵਾਰ ਜਦੋਂ ਕੈਬਨਿਟ ਸੱਦੀ ਗਈ, ਪਹਿਲੀ ਵਾਰ ਇਜਲਾਸ ਸੱਦਿਆ ਗਿਆ, ਤਾਂ ਆਪਣੀ ਸਾਈਕਲ ਤੇ ਨਾਭੇ ਤੋਂ ਚੰਡੀਗੜ੍ਹ ਪਹੁੰਚੇ। ਉਸ ਤੋਂ ਇਲਾਵਾ ਹੋਰ ਵੀ ਉਹਨਾਂ ਦੀ ਕਈ ਵੀਡੀਓਜ਼ ਵਾਇਰਲ ਹੋਈਆਂ, ਜਿਸ ਦੇ ਵਿੱਚ ਉਹ ਸਾਈਕਲ ਤੇ ਸਾਰੇ ਸ਼ਹਿਰ ਦਾ ਗੇੜਾ ਲਾਉਂਦੇ ਨੇ, ਜਾਂ ਕੋਈ ਵੀ ਕੰਮ ਹੁੰਦਾ ਹੈ ਤਾਂ ਪਹਿਲ ਦੇ ਆਧਾਰ ਤੇ ਆਪ ਜਾ ਕੇ, ਜਾਂ ਕੋਈ ਨਗਰ ਨਿਗਮ ਦੇ ਅਧਿਕਾਰੀ ਜਿਵੇਂ ਕੰਮ ਕਰ ਰਹੇ ਸੀ ਤਾਂ ਆਪ ਜਾ ਕੇ ਖੜ ਗਏ ਨਗਰ ਨਿਗਮ ਅਧਿਕਾਰੀਆਂ ਤੋਂ ਕੰਮ ਕਰਾਉਣ ਦੇ ਲਈ। ਤਾਂ ਪਹਿਲਾਂ ਦਿਖਾ ਦਈਏ, ਉਹਨਾਂ ਦੇ ਦਫ਼ਤਰ ਨਾਭਾ ਵਿਖੇ ਪਹੁੰਚੇ ਆ ਤੇ ਇੱਥੇ ਵੀ ਪੂਰਾ ਜਿਹੜਾ ਭੀੜ ਲੱਗੀ ਹੋਈ ਹੈ। ਜਿਵੇਂ ਹੀ ਸਵੇਰ ਦਾ ਸਮਾਂ ਸ਼ੁਰੂ ਹੋਇਆ ਹੈ ਤਾਂ ਕੰਮ ਕਰਾਉਣ ਵਾਲੇ ਇੱਥੇ ਪਹੁੰਚ ਗਏ ਨੇ, ਔਰ ਐਮਐਲਏ ਸਾਹਿਬ ਖੁਦ ਸੀਟ ਤੇ ਬੈਠੇ ਨੇ, ਕੰਮ ਕਰ ਰਹੇ ਨੇ। ਜਿੱਦਾਂ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ ਮੈਂ ਕਰਾਂਗਾ। ਸਤਿ ਸ਼੍ਰੀ ਅਕਾਲ ਐਮਐਲਏ ਸਾਹਿਬ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਸ਼ੁਰੂ ਹੋ ਗਿਆ ਹੈ ਜੀ ਸਵੇਰ ਦਾ ਸਮਾਂ। ਬਿਲਕੁਲ ਜੀ, ਬਿਲਕੁਲ। ਇੱਦਾਂ ਹੀ ਰੋਜ਼ ਫਿਰ ਰੌਣਕਾਂ ਲੱਗੀਆਂ ਰਹਿੰਦੀਆਂ ਨੇ? ਇੱਦਾਂ ਹੀ ਹੈ ਜੀ, ਬਸ ਜਿਵੇਂ ਜਿਹੜੀਆਂ ਰੋਜ਼ਮर्रा ਦੇ ਬਦਲੀਆਂ ਨੇ, ਕੋਈ ਸਮੱਸਿਆਵਾਂ ਨੇ ਛੋਟੀ ਛੋਟੀਆਂ, ਬੇਸਿਕਲੀ ਕੋਈ ਬਾਹਲੀਆਂ ਵੱਡੀਆਂ ਸਮੱਸਿਆਵਾਂ ਨੇ। ਕਮਿਊਨੀਕੇਸ਼ਨ ਗੈਪ ਹੈ ਜੀ, ਔਰ ਕਾਨੂੰਨ ਦੇ ਮੁਤਾਬਕ ਜਿਹੜੀ ਚੀਜ਼ ਰਾਈਟ ਬਣਦੀ ਹੈ ਉਹ ਹੋਣੀ ਚਾਹੀਦੀ ਹੈ, ਜਿਹੜੀ ਨਹੀਂ ਹੈਗੀ ਉਹ ਨਹੀਂ ਹੋਣੀ ਚਾਹੀਦੀ। ਤੇ ਕਾਨੂੰਨ ਦਾ ਰਾਜ ਕਾਇਮ ਕਰਨਾ ਸੀ ਗੱਲ ਕਹਿੰਦੇ ਸੀ, ਉਹ ਕਾਨੂੰਨ ਦੇ ਰਾਜ ਮੁਤਾਬਕ ਹੀ। ਮੇਰੇ ਕੋਲ ਟਰੱਕ ਯੂਨੀਅਨ ਵਾਲੇ ਭਰਾ ਖੜੇ ਨੇ,
ਤੇ ਆਪਣਾ ਮਸਲਾ ਲੈ ਕੇ ਆਏ ਨੇ। ਮੈਂ ਚੈੱਕ ਕਰੂੰਗਾ ਵੀ ਕਾਨੂੰਨ ਦੇ ਮੁਤਾਬਕ ਜੇ ਇਹਨਾਂ ਦਾ ਰਾਈਟ ਬਣਦਾ ਤਾਂ ਸਹੀ ਆ, ਜੇ ਕਾਨੂੰਨ ਦੇ ਮੁਤਾਬਕ ਉਲੰਘਣਾ ਉਸ ਚੀਜ਼ ਦੀ ਤਾਂ ਉਹ ਨਹੀਂ ਹੋਣੀ। ਕਿੰਨੇ ਕੁ ਵਜੇ ਸਵੇਰੇ ਆ ਜਾਂਦੇ ਹੋ ਦਫ਼ਤਰ ਜਾਂ ਜਿੰਨੇ ਕੁ ਵਜੇ ਐਕਚੁਅਲੀ ਦਫ਼ਤਰ ਦਾ ਟਾਈਮ ਜਿਹੜਾ 10 ਤੋਂ 12 ਦਾ ਜੀ, ਤੇ ਉਸ ਤੋਂ ਪਹਿਲਾਂ ਘਰੇ ਜਿਹੜਾ ਜੀ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਜੀ ਦੌਰ। ਮਤਲਬ ਸਵੇਰੇ 6 ਵਜੇ ਘਰੇ ਮੁਲਾਕਾਤਾਂ ਸ਼ੁਰੂ ਹੋ ਜਾਂਦੀਆਂ, ਉਸ ਤੋਂ ਬਾਅਦ 10 ਵਜੇ ਦਫ਼ਤਰ ਉਰੇ। ਹਾਂ, ਇੱਥੋਂ ਆ ਫਿਰ ਉਸ ਤੋਂ ਬਾਅਦ ਫੀਲਡ ਦਾ ਜੀ, ਜਿਵੇਂ ਕੋਈ ਦੁੱਖ ਸੁੱਖ ਦਾ ਭੋਗ ਆ ਗਿਆ ਤੇ ਉੱਥੇ ਜਾਣਾ। ਸਰਕਾਰ ਕੋਈ ਪ੍ਰੋਗਰਾਮ ਨੇ, ਅੱਜ ਸਰਕਾਰੀ ਪ੍ਰੋਗਰਾਮ ਹੈ ਇੱਕ ਐਸਡੀਐਮ ਮੈਡਮ ਨਾਲ, ਸਾਡਾ ਜ਼ਿਲ੍ਹੇ ਵਾਈਜ਼ ਪ੍ਰੋਗਰਾਮ ਰੱਖੇ ਨੇ, ਉੱਥੇ ਜਾਣਾ। ਫਿਰ ਅੱਜ ਭੀਮ ਰਾਓ ਜੀ ਦੀ ਅੱਜ ਜਯੰਤੀ ਹੈ 131ਵੀਂ, ਉਹਦੇ ਕਈ ਪ੍ਰੋਗਰਾਮ ਨੇ। ਫਿਰ ਪਰਸਨਲ ਹੁੰਦੇ ਆ ਜੀ, ਇਨਵੀਟੇਸ਼ਨ ਕੋਈ ਸਨਮਾਨ ਵਾਲੇ ਉਹ ਹੁੰਦੇ ਆ ਜੀ। ਫਿਰ ਪਿੰਡਾਂ 'ਚ ਧੰਨਵਾਦੀ ਦੌਰੇ ਨੇ, ਸ਼ਹਿਰ ਦੇ ਵਿੱਚ ਲਗਾਤਾਰ ਚੱਲਦਾ ਰਹਿੰਦਾ। ਫਿਰ ਸਫਾਈ ਚੈਕਿੰਗ ਤੇ ਮੇਰਾ ਸਾਈਕਲ ਖੜਾ। ਬਿਲਕੁਲ, ਤੁਸੀਂ ਆਪ ਹੀ ਮਤਲਬ ਸਾਈਕਲ ਤੇ ਹੀ ਜਿਹੜਾ ਸਾਰੇ ਨਾਭਾ ਸ਼ਹਿਰ ਦਾ ਗੇੜਾ ਲਾ ਦਿੰਦੇ ਹੋ। ਰਿਆਸਤੀ ਸ਼ਹਿਰ ਹੈ ਨਾਭਾ, ਪੁਰਾਣਾ ਸ਼ਹਿਰ ਹੈ, ਤਾਂ ਐਮਐਲਏ ਸਾਹਿਬ ਜਿਵੇਂ ਹੁਣ ਮੁਸ਼ਕਲਾਂ ਸੁਣ ਰਹੇ ਨੇ ਤਾਂ ਨਾਲ ਦੀ ਨਾਲ ਜਿਹੜਾ ਮੁਸ਼ਕਲ ਦਾ ਹੱਲ ਵੀ ਕੱਢਦੇ ਨੇ। ਜਿਵੇਂ ਇੱਕ ਐਪਲੀਕੇਸ਼ਨ ਦੇਖੋ ਆਈ ਹੋਈ ਹੈ, ਤਾਂ ਐਪਲੀਕੇਸ਼ਨ ਦੇ ਉੱਤੇ ਨਾਲ ਦੀ ਨਾਲ ਸਾਈਨ ਕੀਤੇ ਜਾ ਰਹੇ ਨੇ, ਇਹਨਾਂ ਵੱਲੋਂ ਅਪਰੂਵਲ ਦਿੱਤੀ ਜਾ ਰਹੀ ਹੈ ਵੀ ਕੋਈ ਵੀ ਜਿਹੜਾ ਕੰਮ ਹੈ ਇਹ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਤਾਂ ਐਮਐਲਏ ਦੇਵ ਮਾਨ ਤੇ ਅੱਜ ਦਫ਼ਤਰ ਪਹੁੰਚੇ ਆ। ਨਾਲ ਦੀ ਨਾਲ ਜਿਹੜਾ ਫੀਲਡ ਵਰਕ ਆ ਉਹ ਵੀ ਦਿਖਾਵਾਂਗੇ, ਕਿਸ ਤਰ੍ਹਾਂ ਇਹ ਲੋਕਾਂ ਦੇ ਵਿੱਚ ਵਿਚਰਦੇ ਨੇ ਜਾ ਕੇ, ਕਿਵੇਂ ਲੋਕਾਂ ਨੂੰ ਮਿਲਦੇ ਨੇ, ਭਾਵੇਂ ਉਹ ਨਾਭੇ ਦੇ ਲੋਕ ਹੋਣ, ਆਸ-ਪਾਸ ਪਿੰਡਾਂ ਦੇ ਲੋਕ ਹੋਣ, ਕਿਉਂਕਿ ਕਾਫੀ ਪਿੰਡ ਨਾਭੇ ਨੂੰ ਆਸ-ਪਾਸ ਲੱਗਦੇ ਨੇ। ਤਾਂ ਐਮਐਲਏ ਸਾਹਿਬ ਨਾਲ ਚੱਲਾਂਗੇ ਨਾਭੇ ਵੀ, ਤੇ ਜਿੱਥੇ ਇਹਨਾਂ ਦਾ ਸਰਕਾਰੀ ਪ੍ਰੋਗਰਾਮ ਹੈ ਉੱਥੇ ਵੀ ਚੱਲਾਂਗੇ। ਤਾਂ ਇੱਕ ਮੈਂ ਬੇਨਤੀ ਵੀ ਕੀਤੀ ਸੀ, ਤੁਹਾਡੇ ਜ਼ਰੀਏ ਵੀ ਬੇਨਤੀ ਕਰਦਾ। ਫੁੱਲ ਲੈ ਕੇ ਆਉਂਦੇ ਨੇ ਜੀ, ਬੜੇ ਖੂਬਸੂਰਤ ਫੁੱਲ ਨੇ, ਬੜਾ ਅੱਛਾ ਵੀ ਲੱਗਦਾ। ਪਰ ਮੈਂ ਬੇਨਤੀ ਕੀਤੀ ਸੀ ਵੀ ਜਿਹੜੇ ਲਿਖ ਕੇ ਵੀ ਲਾਇਆ ਹੋਇਆ ਜੀ, ਤੇ ਇੱਥੇ ਉਹ ਲਿਖ ਕੇ ਲਾਇਆ। ਮੈਂ ਇੱਕ ਵਰਬਲੀ ਗੱਲ ਨਹੀਂ ਕਰਦਾ ਜੀ, ਆ ਲਿਖ ਕੇ ਲਾਇਆ ਹੈ ਐਮਐਲਏ ਗੁਰਦੇਵ ਸਿੰਘ ਦੇਵਮਾਨ ਜੀ ਦਾ ਸਨਮਾਨ ਕਰਨ ਲਈ ਕੋਈ ਵੀ ਮੇਰਾ ਵੀਰ ਬੁੱਕਾ ਜਾਂ ਗਿਫਟ ਨਾ ਲੈ ਕੇ ਆਵੇ, ਉਹੀ ਪੈਸਾ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਕੀਤੀ ਜਾਵੇ। ਇਹ ਮੇਰੇ ਵੱਲੋਂ ਲਿਖ ਕੇ ਲਾ ਗਿਆ। ਤੇ ਇੱਥੇ ਜਿਹੜਾ 20 50 100 200 ਰੁਪਏ ਲੱਗਦਾ, ਉਹ ਕਿਸੇ ਗਰੀਬ ਨੂੰ, ਕਿਸੇ ਬੱਚੇ ਨੂੰ ਕਾਪੀ ਪੈਨਸਲ, ਕਿਸੇ ਨੂੰ ਸ਼ੂਜ਼, ਜੁੱਤੀਆਂ, ਨਾ ਜੋ ਚੀਜ਼ ਕੋਈ ਹੈ, ਸਾਡਾ ਮਕਸਦ ਹੈ ਕਿ ਵੇਸਟੇਜ ਨਾ ਆਪਾਂ ਕਰੀਏ, ਕਿਉਂਕਿ ਸਨਮਾਨ ਦਿਲੋਂ ਹੁੰਦਾ ਜੀ। ਤੁਸੀਂ ਦਿਲੋਂ ਕਿਸੇ ਦਾ ਸਤਿਕਾਰ ਕਰਦੇ ਹੋ, ਪਤਾ ਲੱਗ ਜਾਂਦਾ। ਬੇਸ਼ੱਕ ਬਹੁਤ ਚੀਜ਼ਾਂ ਸਿੰਬੋਲਿਕ ਬਣੀਆਂ ਨੇ ਜਿਹੜੀਆਂ ਕਰਨੀਆਂ ਪੈਂਦੀਆਂ ਨੇ, ਪਰ ਮੈਂ ਕੋਸ਼ਿਸ਼ ਕਰਦਾ ਕਿ ਇਦਾਂ ਦਾ ਨਾ ਹੋਵੇ ਤੇ ਕਿਸੇ ਲੋੜਵੰਦ ਦੀ ਮਦਦ ਹੋ ਜਾਏ। ਤਾਂ ਬਾਈ ਨਾਭੇ ਵਾਲਿਓ, ਆਹ ਗੱਲ ਦੁਬਾਰਾ ਸੁਣ ਲਓ। ਮਾਨ ਸਾਹਿਬ ਨੇ ਆਪਣੇ ਗੇਟ ਤੇ ਵੀ ਲਿਖ ਕੇ ਲਾਇਆ ਹੋਇਆ, ਤਾਂ ਦੁਬਾਰਾ ਇਹ ਗੱਲ ਸੁਣ ਵੀ ਲਓ ਵੀ ਆਓ ਜੀ ਸਦਕੇ ਮਿਲਣ ਆਓ। ਤੁਹਾਡੇ ਆਪਣੇ ਐਮਐਲਏ ਨੇ, ਜਦੋਂ ਮਰਜ਼ੀ ਆਓ, ਦਿਨੇ ਆਓ, ਰਾਤ ਨੂੰ ਆਓ, ਪਰ ਜਿਹੜਾ ਗੁਲਦਸਤਾ ਜਾਂ ਕੋਈ ਗਿਫਟ ਨਾ ਲੈ ਕੇ ਆਓ। ਇਹਦੇ ਲਈ ਤੁਸੀਂ ਜਿਹੜੇ ਪੈਸੇ ਗੁਲਦਸਤਾ ਗਿਫਟ ਤੇ ਲਾਉਨੇ ਹੋ, ਉਹ ਪੈਸੇ ਕਿਸੇ ਲੋੜਵੰਦ ਦੀ ਸਹਾਇਤਾ ਕਰੋ, ਤਾਂ ਜੋ ਉਸਦਾ ਕੋਈ ਕੰਮ ਰੁਕਿਆ ਹੋਵੇ ਤਾਂ ਉਹ ਪੂਰਾ ਹੋ ਜੇ। ਬਿਲਕੁਲ ਜੀ, ਕੋਈ ਕਾਪੀ ਪੈਨਸਲ ਕਿਸੇ ਗਰੀਬ ਨੂੰ। ਹਾਂ ਬਿਲਕੁਲ। ਜੇ ਆਪਾਂ ਦੇਖ ਲਈ ਨਾ ਪੂਰੇ ਪੰਜਾਬ ਦੇ ਵਿੱਚ ਸਾਰੇ ਕਿਤੇ ਹੀ ਬੜਾ ਮੇਰੇ ਖਿਆਲ ਲੱਖਾਂ ਰੁਪਈਆ ਇਹਦੇ ਤੇ ਉਹ ਹੋ ਜਾਂਦਾ ਜੀ। ਬੇਸ਼ੱਕ ਸਾਡੀ ਸਾਰੀ ਪਾਰਟੀ ਦੀ ਸੋਚ ਇਹ ਹੈ। ਮੈਂ ਦਿੱਲੀ ਜਾਣਾ, ਉੱਥੇ ਅਰਵਿੰਦ ਕੇਜਰੀਵਾਲ ਸਾਹਿਬ ਉਹ ਵੀ ਕਹਿੰਦੇ ਇਹ ਗੱਲ ਨੂੰ ਵੀ ਤੁਸੀਂ ਇਹ 'ਤੇ ਪੈਸਾ ਨਾ ਵੇਸਟ ਕਰੋ, ਇਹੀ ਪੈਸਾ ਕਿਸੇ ਦੀ ਮਦਦ ਕਰ ਦਿਓ ਤਾਂ ਜ਼ਿਆਦਾ ਬਿਹਤਰ। ਅਸਲੀ ਸੇਵਾ ਉਹ ਆ, ਅਸਲੀ ਸਤਿਕਾਰ ਉਹ ਆ। ਤੇ ਬਾਕੀ ਚਲੋ ਹਰ ਇੱਕ ਅੱਜ ਜਾਣਾ ਕਿੱਥੇ ਐਮਐਲਏ ਸਾਹਿਬ? ਤੁਹਾਡੇ ਨਾਲ ਹੀ ਚੱਲਦੇ ਆ। ਕਾਲਾ ਪਿੰਡ ਪ੍ਰੋਗਰਾਮ ਹੈ ਜੀ, ਤੇ ਉੱਥੇ ਜਾਣਾ। ਤੇ ਇੱਕ ਵੀਰ ਜਲੇਬੀਆਂ ਲੈ ਕੇ ਆਏ ਸੀ, ਜਲੇਬੀਆਂ। ਅੱਛਾ, ਅੱਜ ਵਿਸਾਖੀ ਹੈ। ਚਲੋ ਹਾਂਜੀ, ਵਿਸਾਖੀ ਵੀ ਹੈ ਜੀ, ਤੇ ਭੀਮ ਰਾਓ ਅੰਬੇਦਕਰ ਸਾਹਿਬ ਦੀ। ਹਾਂਜੀ, ਤਾਂ ਸਾਹਮਣੇ ਬੁੱਤ ਹੈ, ਉੱਥੇ ਤੁਸੀਂ ਨਤਮਸਤਕ ਵੀ ਹੋਵੋਗੇ। ਹਾਂਜੀ, ਤੇ ਬਾਕੀ ਨਾਭੇ ਸ਼ਹਿਰ ਦਾ ਵੀ ਥੋੜਾ ਜਿਹਾ ਆਪਾਂ ਗੇੜਾ ਮਾਰਾਂਗੇ, ਕਿਉਂਕਿ ਪਹਿਲਾਂ ਵੀ ਕੁਝ ਵੀਡੀਓ ਵਾਇਰਲ ਹੁੰਦੀਆਂ ਤੁਹਾਡੇ ਨਾਭੇ ਦੀਆਂ। ਤੁਸੀਂ ਸਾਈਕਲ ਦੇ ਉੱਤੇ ਭਲਵਾਨੀ ਗੇੜਾ ਮਾਰਨ ਨਿਕਲ ਜਾਂਦੇ ਹੋ ਜਦੋਂ ਵੀ ਹੁੰਦਾ, ਦਿਲ ਕਰਦਾ ਹੈ ਨਾਭੇ ਸ਼ਹਿਰ ਦਾ। ਤੇ ਇਹ ਰਿਆਸਤੀ ਸ਼ਹਿਰ ਹੈ ਮਾਨ ਸਾਹਿਬ, ਕੁਝ ਚੀਜ਼ਾਂ ਖਤਮ ਵੀ ਹੋ ਗਈਆਂ ਨੇ ਰਿਆਸਤ ਵਾਲੀਆਂ, ਉਸ ਨੂੰ ਕਿਸ ਤਰ੍ਹਾਂ ਹੁਣ ਤੁਸੀਂ ਮੇਨਟੇਨ ਕਰ ਰਹੇ ਹੋ? ਕਿਉਂਕਿ ਰਾਜੇ ਮਹਾਰਾਜਿਆਂ ਦਾ ਸ਼ਹਿਰ ਗਿਣਿਆ ਗਿਆ ਨਾਭਾ। ਹਾਂ ਬਿਲਕੁਲ, ਇਹ ਬਹੁਤ ਵੱਡੀ ਇੱਕ ਚੇਂਜ ਆਈ ਆ ਨਾਭਾ ਵਿਧਾਨ ਸਭਾ ਦੇ ਵਿੱਚ। ਖਾਸ ਕਰਕੇ ਇੱਥੇ ਜਿਹੜੀ ਪਹਿਲਾਂ ਰਾਜਨੀਤੀ ਸੀ ਨਾ, ਉਹ ਵੱਡੀਆਂ ਗੱਡੀਆਂ, ਹੂਟਰ, ਪੁਲਿਸ ਅੱਗੇ ਪਿੱਛੇ, ਤੇ ਸ਼ਹਿਰ ਦੇ ਵਿੱਚ ਇੱਕ ਅਜੀਬ ਜਿਹਾ ਮਾਹੌਲ ਪੈਦਾ ਕਰਦਾ ਸੀ ਉਹ ਹੂਟਰ ਜਿਹੜਾ। ਤੇ ਹੁਣ ਉਹ ਸਾਰਾ ਸਾਇਲੈਂਟ ਹੈ, ਹੁਣ ਬਿਲਕੁਲ ਸ਼ਾਂਤ ਹੈ। ਤੇ ਮੈਂ ਜਦੋਂ ਜਾਂਦਾ ਕਈ ਨੂੰ ਪਤਾ ਨਹੀਂ ਲੱਗਦਾ ਵੀ ਐਮਐਲਏ ਆਇਆ ਜੀ, ਉਹ ਫਿਰ ਬੜੇ ਖੁਸ਼ ਹੁੰਦੇ। ਮਾਨ ਸਾਹਿਬ, ਮੈਂ ਵੀ ਦੇਖਿਆ ਜਦੋਂ ਤੁਹਾਡੀ ਗੱਡੀ ਆਈ ਨਾ, ਹੁਣ ਮੈਂ ਵੇਟ ਕਰ ਰਿਹਾ ਸੀ ਜਦੋਂ ਬੈਠਾ, ਪਤਾ ਹੀ ਨਹੀਂ ਲੱਗਿਆ ਵੀ ਐਮਐਲਏ ਆਇਆ। ਨਹੀਂ ਤਾਂ ਪਹਿਲਾਂ ਪਤਾ ਲੱਗਦਾ ਸੀ ਹੂਟਰ ਮਾਰਦੀਆਂ ਆਉਂਦੀਆਂ ਸੀ ਗੱਡੀਆਂ, ਪਿੱਛੇ ਗਨਮੈਨ ਬੈਠੇ ਹੁੰਦੇ ਸੀ। ਜਦੋਂ ਐਮਐਲਏ ਨੇ ਉਤਰਨਾ ਤਾਂ ਗੱਡੀ ਦਾ ਸ਼ੀਸ਼ਾ ਐਮਐਲਏ ਖੋਲਦੇ ਸੀ, ਸੌਰੀ ਗਨਮੈਨ ਖੋਲਦੇ ਸੀ, ਪਰ ਤੁਸੀਂ ਤਾਂ ਆਪੇ ਉਤਰ ਕੇ ਗੱਡੀ 'ਚੋਂ ਸਿੱਧਾ ਦਫ਼ਤਰ ਆ ਗਏ। ਹਾਂ ਬਿਲਕੁਲ, ਆ ਸ਼ਬੀਲ ਲਾਈ ਆ ਸਾਡੇ ਵਲੰਟੀਅਰ ਸਾਹਿਬਾਨ ਨੇ,
ਕੀ ਬਾਤ। ਤੇ ਠੰਡੇ ਪਾਣੀ ਦੀ ਛਬੀਲ ਹੈ ਜੀ, ਠੀਕ ਹੈ। ਸੋ ਤੁਸੀਂ ਵੀ ਪੀਓ ਪਾਣੀ। ਲੋ ਜੀ ਲੋ, ਬਿਲਕੁਲ ਥੈਂਕ ਯੂ ਜੀ। ਸੋ ਛਬੀਲ ਲੱਗੀ ਹੋਈ ਹੈ। ਸਰ ਪਾਣੀ ਆ ਦਿਓ ਪਾਣੀ ਜੀ। ਆ ਲਓ ਬਈ ਆ ਲਓ ਲਿਆਓ ਜੀ। ਬਰਫ ਆ ਰਹੀ ਆ ਲਓ ਬਰਫ ਆਈ ਹੈ ਮੰਗਾਈ ਹੈ ਜੀ। ਹਾਂ ਬਸ ਕੋਈ ਗੱਲ ਨਹੀਂ। ਪਾ ਦਿਓ ਭਾਜੀ, ਹੋਰ ਪਾ ਦਿਓ ਥੋੜਾ ਜਿਹਾ। ਗਲਾਸ ਹੋਰ ਲਿਆਵਾ। ਜਿਹੜੀ ਅੱਜ ਜਯੰਤੀ ਹੈ ਬਿਲਕੁਲ। ਜਿਹੜਾ ਮਨਾ ਰਹੇ ਆ, ਜਲੇਬੀਆਂ ਆ ਗਈਆਂ ਜੀ। ਸੋ ਨਮਨ ਵੀ ਕਰਾਂਗੇ ਅਸੀਂ ਅੱਜ। ਹਾਂਜੀ ਜਲੇਬੀਆਂ ਬਣ ਰਹੇ ਆ ਜੀ। ਆ ਲਓ ਚਲੋ। ਤਾਂ ਅੱਜ ਵਿਸਾਖੀ ਦਾ ਵੀ ਦਿਹਾੜਾ ਹੈ ਤੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜਿਹੜੇ ਕਿ ਜਿਨ੍ਹਾਂ ਵੱਲੋਂ ਸੰਵਿਧਾਨ ਲਿਖਿਆ ਗਿਆ, ਸੋ ਉਹਨਾਂ ਦੀ ਵੀ ਅੱਜ ਜਯੰਤੀ ਹੈ। ਔਰ ਜਿਹੜਾ ਜਲੇਬੀਆਂ ਵੰਡੀਆਂ ਜਾ ਰਹੀਆਂ ਨੇ ਨਾਭਾ ਦੇ ਐਮਐਲਏ ਦੇਵ ਮਾਨ ਜੀ ਵੱਲੋਂ। ਸੋ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹਿੰਦੇ ਨੇ। ਕੋਈ ਵੀ ਸੇਵਾ ਹੋਵੇ ਤਾਂ ਉਹ ਲਗਾਤਾਰ ਸੇਵਾ ਕਾਰਜ ਦੇ ਵਿੱਚ ਰਹਿੰਦੇ ਨੇ। ਇਸ ਤੋਂ ਬਾਅਦ ਆਪਾਂ ਇਹਨਾਂ ਦੇ ਨਾਲ ਨਾਭੇ ਵੀ ਚੱਲਾਂਗੇ ਤੇ ਇੱਕ ਦੋ ਹੋਰ ਪ੍ਰੋਗਰਾਮ ਜਿਹੜੇ ਇਹਨਾਂ ਵੱਲੋਂ ਅੱਜ ਉਲੀਕੇ ਗਏ ਨੇ ਤੇ ਨਾਭੇ ਦੀ ਸਿਆਸਤ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ। ਉਹਨਾਂ ਲਈ ਵੀ ਭੈਣ ਜੀ ਨਾਲ ਜੀ। ਹਾਂਜੀ ਬਹੁਤ ਵਧੀਆ ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਹੈ? ਠੀਕ ਹੋ? ਜੈ ਭੀਮ ਜੀ। ਜੈ ਭੀਮ ਜੈ ਭਾਰਤ। ਕੀ ਬਾਤ ਹੈ। ਵੱਡਾ ਦਿਨ ਹੈ ਸਾਡੇ ਲਈ ਜੀ। ਬਹੁਤ ਸਭ ਨੂੰ ਮੁਬਾਰਕਾਂ, ਬਹੁਤ ਮੁਬਾਰਕਾਂ ਬਹੁਤ ਮੁਬਾਰਕਾਂ। ਮਾਨ ਸਾਹਿਬ, ਲੋਕ ਬਹੁਤ ਪਿਆਰ ਦੇ ਰਹੇ ਨੇ ਤੁਹਾਨੂੰ। ਆਪ ਖੜ ਕੇ ਜਿਹੜਾ ਤੁਹਾਡੇ ਤੋਂ ਲੈ ਰਹੇ ਨੇ ਇਸ ਵਾਰ। ਜਿਹੜਾ ਜੇ ਪ੍ਰਸ਼ਾਦ ਦੀ ਗੱਲ ਕੀਤੀ ਜਾਵੇ, ਪ੍ਰਸ਼ਾਦ ਵੰਡ ਰਹੇ ਹੋ। ਦੇਖੋ ਬੱਚੇ ਵੀ ਛੋਟੇ ਮਿਲਣ ਆਉਂਦੇ ਨੇ ਤੁਹਾਨੂੰ। ਹਾਂ ਬੇਸਿਕਲੀ ਮੇਰਾ ਸ਼ੁਰੂ ਤੋਂ ਨੇਚਰ ਰਿਹਾ ਜੀ। ਮੈਂ ਹਰੇਕ ਨਾਲ ਐਂ ਹੀ ਮਿਲਦਾ। ਐਮਐਲਏ ਬਣਨ ਤੋਂ ਬਾਅਦ ਵੀ ਐਂ ਹੀ ਮਿਲਦੇ ਆ ਜੀ। ਇਹੀ ਲੋਕ ਨੇ ਜਿਹੜੇ ਆਪਣੇ ਮਨ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਪਰਿਵਰਤਨ ਭਾਲਦੇ ਸੀ, ਪਰ ਕੋਈ ਸਹੀ ਪਲੇਟਫਾਰਮ ਨਹੀਂ ਸੀ ਮਿਲਦਾ। ਹੁਣ ਪਲੇਟਫਾਰਮ ਮਿਲਿਆ, ਠੀਕ ਹੈ ਜੀ। ਹੁਣ ਛੋਟਾ ਬੱਚਾ, ਦੁਕਾਨਦਾਰ, ਭੈਣ ਭਰਾ ਜਿਹੜੇ ਲੰਘਦੇ ਆ ਪਿਆਰ ਕਰਦੇ ਆ। ਬਸ ਇਹ ਫਰਕ ਹੈ। ਨਾਭੇ ਦੀ ਜੇ ਨਾਭੇ ਦੀ ਮੁਸ਼ਕਲਾਂ ਦੀ ਗੱਲ ਕਰਾਂ ਤਾਂ ਕਿਹੜੀਆਂ ਇਸ ਟਾਈਮ ਮੁਸ਼ਕਲਾਂ ਨੇ ਜਿਹੜੇ ਨਾਭੇ ਵਾਸੀਆਂ ਨੂੰ ਆ ਰਹੀਆਂ ਨੇ ਜਾਂ ਉਹ ਆਪਾਂ ਹੱਲ ਕਰਨੀਆਂ ਨੇ ਹੁਣ ਪਹਿਲ ਦੇ ਆਧਾਰ ਤੇ? ਨਾਭਾ ਸ਼ਹਿਰ ਦੇ ਵਿੱਚ ਇੱਕ ਤਾਂ ਸੀਵਰੇਜ ਦੇ ਪਾਣੀ ਦੀ ਬਹੁਤ ਪ੍ਰੋਬਲਮ ਹੈ। ਇੱਕ ਟ੍ਰੈਫਿਕ ਦੀ ਤੁਸੀਂ ਦੇਖ ਰਹੇ ਹੋ। ਇਹ ਟ੍ਰੈਫਿਕ ਦੀ ਸਮੱਸਿਆ ਤੇ ਕਿਸੇ ਸਾਲ ਧਰਮ ਤੋਂ 10 ਸਾਲ ਐਮਐਲਏ ਰਹਿ ਗਏ, ਉਹਨਾਂ ਨੇ ਕੋਈ ਵਰਕ ਨਹੀਂ ਕੀਤਾ। ਤੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨਾ, ਕੂੜੇ ਦਾ ਪ੍ਰੋਪਰ ਪ੍ਰਬੰਧ ਕਰਨਾ ਔਰ ਸੀਵਰੇਜ ਦੇ ਪਾਣੀ ਦਾ, ਇਹਦੇ ਤੇ ਮੈਂ ਲਗਾਤਾਰ ਮੀਟਿੰਗਾਂ ਕਰ ਰਿਹਾ, ਲਗਾਤਾਰ ਚੱਲ ਰਿਹਾ ਜੀ। ਔਰ ਤੁਸੀਂ 6 ਮਹੀਨੇ ਬਾਅਦ ਨਾਭਾ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਦੇਖੋਗੇ ਤੁਸੀਂ। ਤੇ ਹੌਲੀ ਸਾਰੀਆਂ ਸਮੱਸਿਆਵਾਂ। ਆਓ ਫਿਰ ਚੱਲੀਏ ਆਪਾਂ ਅੰਦਰ ਚੱਲੀਏ ਨਾਭਾ। ਬਿਲਕੁਲ। ਤਾਂ ਤੁਸੀਂ ਦੇਖਿਆ ਲੋਕ ਪਿਆਰ ਕਿੰਨਾ ਕਰਦੇ ਨੇ ਐਮਐਲਏ ਸਾਹਿਬ ਨੂੰ। ਮਿਲਣ ਆ ਰਹੇ ਨੇ, ਆਪਣੀਆਂ ਦਰਖਾਸਤਾਂ ਤੇ ਲੈ ਕੇ ਆ ਰਹੇ ਨੇ ਤੇ ਹੋਰ ਕਈ ਕੰਮ ਨੇ, ਰੂਟੀਨ ਦੇ ਕੰਮ ਹੁੰਦੇ ਨੇ ਜਿਹੜੇ ਲਗਾਤਾਰ ਲੋਕ ਲੈ ਕੇ ਆ ਰਹੇ ਨੇ। ਤਾਂ ਐਮਐਲਏ ਸਾਹਿਬ ਦਾ ਹੁਣ ਸਰਕਾਰੀ ਪ੍ਰੋਗਰਾਮ ਹੈ ਪਿੰਡ ਕਕਰਾਲੇ ਤੇ ਅਸੀਂ ਨਾਲ ਹੀ ਗੱਡੀ 'ਚ ਬਿਠਾ ਲਿਆ ਐਮਐਲਏ ਸਾਹਿਬ ਨੂੰ। ਪਰ ਮੈਂ ਇੱਕ ਗੱਲ ਦੱਸਦਾ, ਐਮਐਲਏ ਸਾਹਿਬ ਅੱਜ ਪਹਿਲੀ ਵਾਰ ਹੋਇਆ ਜਿਹੜਾ ਕੋਈ ਸਾਡੀ ਗੱਡੀ 'ਚ ਬਹਿ ਕੇ ਜਾ ਰਿਹਾ। ਐਮਐਲਏ ਕਹਿੰਦਾ ਵੀ ਤੁਹਾਡੀ ਗੱਡੀ 'ਚ ਬਹਿ ਕੇ ਚੱਲਦੇ ਆ। ਐਕਚੁਅਲੀ ਇਹੀ ਫਰਕ ਹੈ ਜੀ। ਤੇ ਬਸ ਇੱਕ ਕੋਸ਼ਿਸ਼ ਹੈ ਛੋਟੀ ਜੀ ਕਿ ਸਾਰਾ ਕੁਝ ਜਿਵੇਂ ਬਾਹਰਲੇ ਮੁਲਕਾਂ 'ਚ ਹੁੰਦਾ, ਕਿਉਂਕਿ ਮੈਂ ਲੰਮਾ ਸਮਾਂ ਕੈਨੇਡਾ 'ਚ ਰਿਹਾ, ਕਿ ਉਵੇਂ ਦਾ ਰੱਖੀਏ। ਹੁਣ ਤਾਂ ਆਪਣੇ ਹੱਥ ਵੱਸ ਹੈ ਜੀ, ਹੈ ਨਾ। ਤੇ ਬੜਾ ਅੱਛਾ ਲੱਗਦਾ ਜੀ, ਬਹੁਤ ਵਧੀਆ ਲੱਗਦਾ। ਤੇ ਮੁਸ਼ਕਿਲਾਂ ਦੀ ਗੱਲ ਕਰਾਂ, ਬਾਹਰੋਂ ਆ ਕੇ ਇੱਥੇ ਮੁਸ਼ਕਿਲਾਂ ਤਾਂ ਆਈਆਂ ਹੋਣੀਆਂ ਜਦੋਂ ਸੈਟਲ ਹੋਣਾ ਸੀਗਾ ਪਹਿਲੀ ਵਾਰ? ਹਾਂ ਮੁਸ਼ਕਿਲਾਂ ਤਾਂ ਆਉਂਦੀਆਂ ਨੇ ਜੀ ਬਹੁਤ। ਐਕਚੁਅਲੀ ਪਹਿਲੀ ਵਾਰ ਜਦੋਂ ਮੈਂ ਇੱਥੇ ਆ ਕੇ ਜਦੋਂ ਗੱਲ ਕਰਦਾ ਸੀ ਨਾ ਕਿ ਇੱਦਾਂ ਦਾ ਸਿਸਟਮ ਬਣਾਵਾਂਗੇ, ਤੁਸੀਂ ਇੱਕ ਵਾਰੀ ਮੌਕਾ ਦਿਓ, ਤਾਂ ਲੋਕਾਂ ਨੂੰ ਇਹ ਲੱਗਦਾ ਸੀ ਵੀ ਇਹ ਕਿਹੜੀ ਦੁਨੀਆ ਦੀ ਗੱਲ ਕਰ ਰਿਹਾ ਵੀ ਬਿਨਾਂ ਸਿਕਿਉਰਿਟੀ ਤੋਂ ਵੀ ਨਾਰਮਲ ਮਿਲਿਆ ਕਰਾਂਗੇ, ਤੁਸੀਂ ਫੋਨ ਕਰੋ ਤੁਹਾਡੇ ਕੋਲ ਆਪ ਆਇਆ ਕਰਾਂਗੇ, ਤੁਹਾਡਾ ਕੰਮ ਘਰੇ ਬੈਠਿਆ ਹੋਊਗਾ, ਵੀ ਇਹ ਕਿਵੇਂ ਪੋਸੀਬਲ ਆ? ਵੀ ਅੱਗੇ ਤਾਂ ਕਦੇ ਹੋਇਆ ਨਹੀਂ ਇੱਦਾਂ। ਤੇ ਪਰ ਹੁਣ ਜਦੋਂ ਉਹ ਕੰਮ ਜਿਵੇਂ ਹੌਲੀ ਉਸ ਲੀਹ ਤੇ ਆ ਰਹੇ ਆ ਤੇ ਲੋਕ ਬਹੁਤ ਖੁਸ਼ ਹੁੰਦੇ ਨੇ ਕਿ ਵਾਕਈ ਤੁਸੀਂ ਜਿਹੜੀ ਗੱਲ ਕਹਿੰਦੇ ਸੀ ਉਹ ਕਰਕੇ ਦਿਖਾ ਰਹੇ ਹੋ। ਜੇ ਨਾਭੇ ਦੀਆਂ ਗੱਲ ਕਰਾਂ, ਕਿਹੜੇ ਕੰਮ ਨੇ ਜਿਹੜੇ ਹੁਣ ਨਾਭੇ ਦੇ ਪਹਿਲ ਦੇ ਆਧਾਰ ਤੇ ਹੋਣ ਵਾਲੇ ਨੇ ਤੇ ਦੇਵ ਮਾਨ ਦਾ ਵੀ ਟੀਚਾ ਹੈ ਵੀ ਆਹ ਕੰਮ ਮੇਰੇ ਹੋ ਜਾਣ ਤਾਂ ਮੈਂ ਅਗਲੀ ਵਾਰ ਲੋਕਾਂ ਤੋਂ ਵੋਟ ਮੰਗਣ ਜੋਗਾ ਹੋ ਜਾਵਾਂਗਾ? ਮੈਂ ਨਾ ਇੱਕ ਹਰੇਕ ਡਿਪਾਰਟਮੈਂਟ ਨਾਲ ਮੀਟਿੰਗ ਕੀਤੀ ਹੈ, ਚਾਹੇ PWD ਹੈ, ਚਾਹੇ ਇਰੀਗੇਸ਼ਨ ਡਿਪਾਰਟਮੈਂਟ ਆ, ਨਹਿਰੀ ਵਿਭਾਗ ਹੈ, ਠੀਕ ਹੈ ਜੀ, ਤੇ ਮਨਰੇਗਾ ਹੈ ਜੀ, BDO ਆਫਿਸ ਹੈ ਜੀ, ਆਪਣੇ ਸੈਕਟਰੀ ਸਾਹਿਬਾਨ ਨੇ, ਤਹਿਸੀਲਦਾਰ ਸਾਹਿਬਾਨ ਨੇ, ਪੁਲਿਸ ਪ੍ਰਸ਼ਾਸਨ ਹੈ, SDM ਦਫ਼ਤਰ ਹੈ ਜੀ, ਠੀਕ ਹੈ। DC ਸਾਹਿਬ ਨਾਲ ਮੀਟਿੰਗਾਂ ਹੋ ਰਹੀਆਂ 2-3 ਤੇ ਲਗਾਤਾਰ ਮੈਂ ਗੱਲ ਕਰਦਾ ਰਹਿਣਾ। ਜਿਹੜੀਆਂ ਸਕੀਮਾਂ ਨੇ ਚਾਹੇ ਉਹ ਕੇਂਦਰ ਸਰਕਾਰ ਦੀਆਂ ਨੇ ਚਾਹੇ ਪੰਜਾਬ ਸਰਕਾਰ ਦੀਆਂ ਨੇ, ਉਹ ਸਕੀਮਾਂ ਬੇਸਿਕਲੀ ਜਿਹੜਾ ਮੇਰਾ ਹੁਣ ਤੱਕ ਦਾ ਤਜਰਬਾ ਹੈ ਜੀ ਉਹ ਇਹ ਹੈ ਕਿ ਉਹ ਸਕੀਮਾਂ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਨਹੀਂ ਹੋਈਆਂ ਔਰ ਉਹ ਸਕੀਮਾਂ ਸਿਰਫ ਕਈ ਤਾਂ ਕਾਗਜ਼ਾਂ 'ਚ ਨੇ। ਨਹਿਰਾਂ ਜਿਹੜੀ ਡਰੇਨ ਸਫਾਈ ਹੈ ਜੀ, ਜਿਹੜੀ
ਚੋਏ ਆ ਜਿਹੜੇ ਜਦੋਂ ਬਰਸਾਤੀ ਚੋਏ ਜਿਹੜੇ ਹੁੰਦੇ ਆ ਇਹਦੀ ਸਫਾਈ ਕਾਗਜ਼ਾਂ ਦੀ ਹੁੰਦੀ ਰਹੀ ਹੈ ਜੀ। ਮੈਂ ਪੁੱਛਿਆ ਉਹਨਾਂ ਨੂੰ, ਕਹਿੰਦੇ ਹਰੇਕ ਸਾਲ ਹੁੰਦੀ ਹੈ ਜੀ, ਕਰੋੜ 2 ਕਰੋੜ ਦਾ ਬਜਟ ਹੁੰਦਾ ਜੀ। ਕਈ ਸੜਕਾਂ ਵੀ ਐਸੀਆਂ ਨੇ ਜਿਹੜੀਆਂ ਕਾਗਜ਼ਾਂ 'ਚ ਹੀ ਬਣੀਆਂ ਹੋਈਆਂ ਨੇ, ਜਦੋਂ ਉੱਥੇ ਜਾ ਕੇ ਚੈੱਕ ਕੀਤਾ ਤਾਂ ਸੜਕ ਹੀ ਨਹੀਂ ਹੈਗੀ। ਬਿਲਕੁਲ ਜੀ, ਬਿਲਕੁਲ ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਆ। ਇਹੋ ਜਿਹੇ ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਕਾਗਜ਼ੀ ਚੱਲਦੇ ਆ, ਕਿਉਂਕਿ ਜਦੋਂ ਜਿਹੜਾ ਉੱਪਰ ਮੁਖੀਆ ਆਪ ਹੀ ਚੋਰ ਹੋਵੇ ਜੀ, ਫਿਰ ਥੱਲੇ ਦਾ ਸਿਸਟਮ ਚੱਲਣਾ ਹੀ ਚੱਲਣਾ। ਬਹੁਤ ਸਾਰੇ ਅਫਸਰ ਸਾਹਿਬਾਨ ਕਹਿੰਦੇ ਵੀ ਅਸੀਂ ਆਪਣੇ ਆਪ ਨੂੰ ਬਹੁਤ ਘੁੱਟਣ ਮਹਿਸੂਸ ਕਰਦੇ ਸੀ, ਮਜਬੂਰੀ ਦੇ ਮਾਰੇ ਸਾਨੂੰ ਕੰਮ ਕਰਨਾ ਪੈਂਦਾ ਸੀ। ਪਰ ਹੁਣ ਜਦੋਂ ਦੀ ਆਮ ਪਾਰਟੀ ਸਰਕਾਰ ਆਈ ਹੈ ਸਾਨੂੰ ਅੱਛਾ ਲੱਗਦਾ ਕੰਮ ਕਰ। ਪਹਿਲਾਂ ਨਾਭੇ 'ਚ ਨਰੇਗਾ ਵਾਲੇ ਵੀ ਧਰਨੇ ਲਾਉਂਦੇ ਰਹੇ। ਵਜੀਫਾ ਘਟਾਲਾ ਸਭ ਤੋਂ ਵੱਡਾ ਘਟਾਲਾ ਹੋਇਆ ਨਾਭੇ ਦੇ ਮੰਤਰੀ ਧਰਮਸੋਤ ਵੱਲੋਂ। ਬੜੀ ਉੱਡੀ ਹਵਾ ਵੀ ਸਜ਼ਾ ਮਿਲੇਗੀ, ਕਾਰਵਾਈ ਹੋਏਗੀ, ਪਰਚੇ ਦਰਜ ਹੋਣਗੇ, ਪਰ ਉਹ ਗੱਲ ਵਿੱਚ ਨਾ ਕਿਧਰੇ ਨਾ ਕਿਧਰੇ ਦਬੀ ਰਹਿ ਗਈ। ਪਰ ਹੁਣ ਜਿਵੇਂ ਤੁਸੀਂ ਆਏ ਹੋ ਸੱਤਾ ਦੇ ਵਿੱਚ, ਤੁਹਾਡੇ ਵੱਲੋਂ ਆਵਾਜ਼ ਉਠਾਈ ਜਾਏਗੀ ਹੁਣ ਜਿਹੜਾ ਵਜੀਫੇ ਘਟਾਲੇ ਬਾਰੇ? ਬਿਲਕੁਲ ਜੀ, ਬਿਲਕੁਲ। ਮੈਂ ਕੱਲ ਵੀ ਚੰਡੀਗੜ੍ਹ ਸੀ, ਮੈਂ ਕਾਫੀ ਮਿਨਿਸਟਰ ਸਾਹਿਬਾਨ ਨੂੰ ਮਿਲਿਆ ਔਰ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲ ਕੇ ਉਹਨਾਂ ਨੂੰ ਬੇਨਤੀ ਕਰੂੰਗਾ ਲਿਖਤੀ ਰੂਪ ਦੇ ਵਿੱਚ ਕਿ ਜਿਹੜਾ ਵਜੀਫਾ ਘਟਾਲਾ ਹੋਇਆ, ਕਿਉਂਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਸੀ, ਨਾਭਾ ਦੇ ਵਿੱਚ ਲਗਾਤਾਰ ਮੈਂ ਪ੍ਰੋਟੈਸਟ ਕਰਦਾ ਰਿਹਾ, ਪੁਤਲੇ ਫੂਕਦੇ ਰਹੇ। ਤੇ ਹੁਣ ਆਪਣੀ ਸਰਕਾਰ ਆ ਗਈ, ਹੁਣ ਸਮਾਂ ਆ ਗਿਆ ਕਿ ਗਰੀਬ ਲੋਕਾਂ ਦਾ ਜਿਨ੍ਹਾਂ ਦਾ ਵਜੀਫਾ ਖਾਧਾ, ਜਿਹਦੀ ਵਜ੍ਹਾ ਕਰਕੇ ਬਹੁਤ ਸਾਰੇ ਬੱਚੇ ਐਗਜ਼ਾਮ ਨਹੀਂ ਦੇ ਸਕੇ ਔਰ ਬਹੁਤ ਸਾਰੇ ਬੱਚਿਆਂ ਦਾ ਭਵਿੱਖ ਤਬਾਹ ਕੀਤਾ ਇਸ ਬੰਦੇ ਨੇ, ਸਾਧੂ ਧਰਮਸੋਤ ਨੇ, ਤਾਂ ਇਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਾਨੂੰਨ ਦੇ ਮੁਤਾਬਕ। ਅਸੀਂ ਕਾਨੂੰਨ ਦੀ ਗੱਲ ਕਰਨ ਵਾਲੇ ਲੋਕ, ਅਸੀਂ ਕਾਨੂੰਨ ਦਾ ਰਾਜ ਜਿਹੜਾ ਬਣਾਉਣ ਦੀ ਗੱਲ ਕਰਦੇ ਸੀ। ਔਰ ਉਹ ਮੈਂ ਨਹੀਂ ਕਹਿੰਦਾ ਕਿਸੇ ਨਾਲ ਕੋਈ ਰੰਜਿਸ਼ ਤਹਿਤ ਜਾਂ ਕੋਈ ਜ਼ਬਰਦਸਤੀ ਇੱਦਾਂ ਦਾ ਕੁਝ ਨਹੀਂ। ਕਾਨੂੰਨ ਦੇ ਮੁਤਾਬਕ ਅਗਰ ਕਿਸੇ ਬੰਦੇ ਨੇ ਕਾਨੂੰਨ ਨੂੰ ਛਿੱਕੇ ਦੇ ਟਾਂਕੇ ਆਪਣੀ ਲਾਲਚ ਕਰਕੇ ਕੋਈ ਜਿਹੜੀ ਸੁਵਿਧਾ ਜਿਹੜੀ ਹੈ ਕਿਸੇ ਨੂੰ ਮਿਲਣੀ ਚਾਹੀਦੀ ਸੀ, ਉਹ ਆਪਣੀ ਜੇਬ 'ਚ ਪਾ ਲਈ, ਤੇ ਉਹਦਾ ਇਨਸਾਫ ਤਾਂ ਮਿਲਣਾ ਜ਼ਰੂਰੀ ਹੈ ਨਾ ਜੀ, ਤਾਂ ਕਿ ਦੂਜਿਆਂ ਲਈ ਵੀ ਉਹ ਜਿਹੜਾ ਜੀ ਇੱਕ ਸਬਕ ਬਣੇ ਕਿ ਅਗਰ ਆਪਾਂ ਐਂ ਕਰਾਂਗੇ ਤਾਂ ਉਹ ਸਾਡੇ 'ਤੇ ਵੀ ਕਾਰਵਾਈ ਹੋ ਸਕਦੀ ਹੈ। ਮੋਸਟਲੀ ਤਕਰੀਬਨ ਕਾਂਗਰਸ ਦੇ ਐਂ ਸਮਝ ਲਓ ਵੀ 8-10 ਤਾਂ ਮਿਨਿਸਟਰ ਐਸੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਸੀ, ਜਿਹੜੇ ਲਗਾਤਾਰ ਇਹਨਾਂ ਗੱਲਾਂ ਕਰਕੇ ਹੀ ਜਿਹੜੇ ਚਰਚਾ ਦੇ ਵਿੱਚ ਸੀਗੇ। ਔਰ ਸਭ ਤੋਂ ਵੱਧ ਚਰਚਾ ਦੇ ਵਿੱਚ ਸਾਧੂ ਧਰਮਸੋਤ ਸੀਗਾ 64 ਕਰੋੜ ਵਜੀਫਾ ਘਟਾਲੇ ਨੂੰ ਲੈ ਕੇ, ਤਾਂ ਉਹ 'ਤੇ ਕਾਰਵਾਈ ਬਹੁਤ ਜਲਦੀ ਹੋਏਗੀ। ਔਰ ਇਸ ਤੋਂ ਬਾਅਦ ਜਿਹੜੀ ਪ੍ਰਾਪਰਟੀ ਇਹਨਾਂ ਨੇ ਬਣਾਈ ਹੋਈ ਹੈ, ਇਹਨਾਂ ਕੋਲੇ ਕੈਸ਼ ਪੈਸਾ ਰਿਸ਼ਤੇਦਾਰਾਂ ਦੇ ਨਾਂ 'ਤੇ, ਠੀਕ ਹੈ ਜੀ, ਜਾਲੀ ਬਿੱਲ ਕੱਟ ਕੇ ਨਗਰ ਕੌਂਸਲ ਨਾਭਾ ਦੇ ਵਿੱਚੋਂ ਇਹਨਾਂ ਨੇ ਆਪਣੀ ਇਲੈਕਸ਼ਨ ਦੇ ਖਰਚੇ ਕੱਢੇ। ਉਹ ਸਾਰੀਆਂ ਚੀਜ਼ਾਂ ਬਹੁਤ ਬਰੀਕੀ ਨਾਲ ਵਾਚ ਕਰਨ ਵਾਲੀਆਂ ਨੇ। ਜਦੋਂ ਇੱਕ ਵਾਰੀ ਉਹ ਕੜੀ ਚੱਲ ਪਈ ਤਾਂ ਇਹ ਸਮਝ ਲਓ ਕਿ ਐਂ ਲੱਗੂਗਾ ਕਿ ਕੱਲੀ ਦਾਲ ਨਹੀਂ, ਇਕੱਲਾ ਕੀ ਕਹਿੰਦੇ ਆ ਜੀ, ਦਾਲ ਚ ਕਾਲਾ ਨਹੀਂ, ਪੂਰੀ ਦਾਲ ਹੀ ਕਾਲੀ ਹੈ। ਮੈਂ ਗੱਲ ਕਰਾਂ ਜੇ ਰਿਆਸਤੀ ਸ਼ਹਿਰ ਨਾਭਾ, ਕੋਈ ਸਮਾਂ ਹੁੰਦਾ ਸੀ ਕਹਿੰਦੇ ਬਹੁਤ ਟੂਰਿਸਟ ਨਾਭੇ ਦੇ ਕਿਲੇ ਨੂੰ ਦੇਖਣ ਆਇਆ ਕਰਦੇ ਸੀ ਦੂਰੋਂ। ਹਾਂ ਬਿਲਕੁਲ, ਇਹ 'ਚ ਕੋਈ ਦੋ ਰਾਵਾਂ ਨਹੀਂ। ਮਹਾਰਾਜਾ ਹੀਰਾ ਸਿੰਘ, ਮਹਾਰਾਜਾ ਰਤਮਰ ਸਿੰਘ ਦਾ ਵਸਾਇਆ ਸ਼ਹਿਰ ਹੈ ਔਰ ਬਹੁਤ ਹੀ ਮਤਲਬ ਧਾਰਮਿਕ। ਅੱਜ ਵੀ ਮੇਰੇ ਕੋਲ ਸਵੇਰੇ ਇਨਵੀਟੇਸ਼ਨ ਆਇਆ ਕਿ 4 ਦਿਨ ਬਾਅਦ ਇੱਥੇ ਬਹੁਤ ਦੂਰੋਂ ਜਿਹੜੇ ਨੇ ਨਾ ਪੰਡਿਤ ਜੀ ਆ ਰਹੇ ਨੇ ਅਲੱਗ-ਅਲੱਗ ਧਰਮਾਂ ਦੇ। ਇੱਥੇ ਇੱਕ ਤਪੀਆ ਮੁਹੱਲਾ ਵੀ ਹੈ ਜੀ, ਇੱਥੇ ਤਪਸਥਾਨ ਬਣਿਆ ਹੋਇਆ ਹਰੇਕ ਧਰਮ ਦਾ। ਇੱਥੇ ਜਿਹੜਾ ਮਾਨ ਸਤਿਕਾਰ ਕਰਦੇ ਸੀ ਮਹਾਰਾਜਾ ਹੀਰਾ ਸਿੰਘ। ਔਰ ਇਹ ਦਿੱਲੀ ਤੇ ਲਾਹੌਰ ਦਾ ਸੈਂਟਰ ਨਾਭੀ ਤੋਂ ਨਾਭਾ ਬਣਿਆ। ਔਰ ਇਹ ਇਤਿਹਾਸਕ ਸ਼ਹਿਰ ਲਾਹੌਰ ਕਿਵੇਂ ਸੈਂਟਰ? ਦਿੱਲੀ ਤੇ ਲਾਹੌਰ ਦਾ ਸੈਂਟਰ ਨਾਭਾ, ਜਿੱਥੇ ਰੁਕ ਕੇ ਜਾਂਦੇ ਸੀਗੇ ਜਦੋਂ। ਅੱਛਾ, ਜੇ ਲਾਹੌਰੋਂ ਤੁਰੀਏ ਤਾਂ ਉਨਾ ਹੀ ਨਾਭਾ, ਜੇ ਦਿੱਲੀੋਂ ਤੁਰੀਏ ਉਨਾ ਹੀ ਨਾਭਾ। ਉਨਾ ਹੀ ਦਿੱਲੀ, ਉਨਾ ਹੀ ਲਾਹੌਰ ਹੈ ਜੀ। ਵਾਹ ਜੀ ਵਾਹ, ਇਹ ਪਹਿਲੀ ਵਾਰ ਦਰਸ਼ਕੋਂ, ਵੈਸੇ ਮੈਨੂੰ ਤਾਂ ਪਹਿਲੀ ਵਾਰ ਗੱਲ ਪਤਾ ਲੱਗੀ, ਪਰ ਮਾਨ ਸਾਹਿਬ ਨੇ ਬਹੁਤ ਵਧੀਆ ਗੱਲ ਦੱਸੀ। ਜੇ ਨਾਭੇ ਤੋਂ ਆਪਾਂ ਲਾਹੌਰ ਨੂੰ ਜਾਈਏ ਤਾਂ ਉਨਾ ਹੀ ਸਫ਼ਰ ਹੈ, ਤੇ ਨਾਭੇ ਤੋਂ ਆਪਾਂ ਦਿੱਲੀ ਨੂੰ ਜਾਈਏ ਉਨਾ ਹੀ ਸਫ਼ਰ ਹੈ। ਬਿਲਕੁਲ ਜੀ, ਬਿਲਕੁਲ। ਔਰ ਇਹ ਜਿਹੜਾ ਨਾਭਾ ਨਾ ਜੀ, ਇਹ ਛੋਟੀ ਕਾਸ਼ੀ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਮਹਾਰਾਜਾ ਹੀਰਾ ਸਿੰਘ ਧਾਰਮਿਕ ਰਾਜੇ ਸੀਗੇ, ਹਰ ਇੱਕ ਧਰਮ ਦਾ ਸਤਿਕਾਰ ਕਰਦੇ ਸੀ। ਔਰ ਮਹਾਰਾਜਾ ਰਤਮਰ ਸਿੰਘ ਪਹਿਲੇ ਰਾਜੇ ਸੀ ਜਿਨ੍ਹਾਂ ਨੇ ਸਿੱਖ ਮੈਰਿਜ ਐਕਟ ਲਾਗੂ ਕੀਤਾ। ਇਹ ਪੰਜਾਬ 'ਚ ਕਿਤੇ, ਆਪਣੇ ਦੇਸ਼ 'ਚ ਕਿਤੇ ਨਹੀਂ ਜੀ। ਸਿੱਖਾਂ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਸਿੱਖ ਮੈਰਿਜ ਐਕਟ ਜਿਹੜਾ ਲਾਗੂ ਹੋਣਾ ਚਾਹੀਦਾ, ਤੇ ਉਹ ਨਾਭਾ ਦੇ ਵਿੱਚ ਉਹਨਾਂ ਨੇ ਲਾਗੂ ਕੀਤਾ। ਔਰ ਭਾਈ ਕਾਹਨ ਸਿੰਘ ਨਾਭਾ, ਇਹਨਾਂ ਦਾ ਸ਼ਬਦਕੋਸ਼ ਜਿਹੜਾ, ਉਹ ਮੇਰੇ ਖਿਆਲ ਕਿਹੜਾ ਪੰਜਾਬੀ ਜਿਹੜਾ ਨਹੀਂ ਜਾਣਦਾ ਉਹਨਾਂ ਬਾਰੇ। ਭਾਈ ਕਾਹਨ ਸਿੰਘ ਨਾਭਾ ਹੋਰੀ ਇੱਥੋਂ ਦੇ ਰਹਿਣ ਵਾਲੇ, ਉਹਨਾਂ ਦੇ ਨਾਂ 'ਤੇ ਇੱਥੇ ਇਹ ਲਾਇਬ੍ਰੇਰੀ ਵੀ ਬਣੀ ਹੋਈ ਹੈ, ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ। ਇੱਥੇ ਉਹਨਾਂ ਦੇ ਨਾਂ 'ਤੇ ਭਾਈ ਕਾਹਨ ਸਿੰਘ ਨਾਭਾ ਸਟਰੀਟ ਵੀ ਬਣੀ ਹੋਈ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਇੰਨਾ ਵਧੀਆ ਖੂਬਸੂਰਤ ਸ਼ਹਿਰ ਨਾਭਾ ਜਿਹੜਾ ਸਿਰਫ ਕੁਝ ਕੁ ਲੋਕਾਂ ਦੇ ਲਾਲਚ ਦੇ ਵਿੱਚ ਆਉਣ ਕਰਕੇ ਇਹ ਨਾਭਾ ਨਰਕ ਬਣ ਗਿਆ, ਠੀਕ ਹੈ ਜੀ। ਤੇ ਨਾਲੇ ਜਿਹੜੇ ਨੇ ਨਾਭਾ ਦੇ, ਉਹ ਉਹਨਾਂ ਦੇ ਨਜਾਇਜ਼ ਕਬਜ਼ੇ ਕੀਤੇ ਗਏ ਆ, ਪਰ ਪੈਸੇ ਲੈ ਕੇ ਨਜਾਇਜ਼ ਕਬਜ਼ੇ। ਮੈਂ ਨਜਾਇਜ਼ ਕਬਜ਼ਿਆਂ ਦੀ ਗੱਲ ਕਰਨ ਤੇ ਆ ਰਿਹਾ ਸੀ। ਕੁਝ ਕੁ ਮੈਂ ਜਗ੍ਹਾ ਦੇਖ ਕੇ ਆਇਆ, ਨਾਭੇ ਵਾਲਿਆਂ ਨੇ ਦਿਖਾਈਆਂ, ਕਿਉਂਕਿ ਹਰੇਕ ਜਗ੍ਹਾ ਚਲੋ ਹਰੇਕ ਦੇ ਸੋਰਸ ਹੁੰਦੇ ਨੇ, ਤਾਂ ਅਸੀਂ ਨਾਭੇ ਕਈ ਜਗ੍ਹਾ ਦਾ ਦੇਖਿਆ, ਵਾਕਈ ਜਿਹੜੇ ਨਾਲੇ ਕਵਰ ਕਰਕੇ ਉਹਨਾਂ ਤੇ ਦੁਕਾਨਾਂ ਪਾ ਲਈਆਂ ਨੇ, ਜਾਂ ਉਹਨਾਂ ਦੇ ਉੱਤੇ ਆਰਜੀ ਤੌਰ ਤੇ ਜਿਵੇਂ ਸ਼ੈੱਡ ਵਗੈਰਾ ਪਾ ਕੇ ਦੁਕਾਨਾਂ ਸਿਰਜਦੀਆਂ ਨੇ। ਬਹੁਤ ਨਗਰ ਕੌਂਸਲ ਨਾਭਾ ਦੇ ਵਿੱਚ ਨਾ ਜੀ
ਮੇਰਾ ਖਿਆਲ ਪੰਜਾਬ ਤੋਂ ਸਭ ਤੋਂ ਵੱਧ ਭ੍ਰਿਸ਼ਟਾਚਾਰ ਇੱਥੇ ਸਾਧੂ ਧਰਮ ਸੋਧ ਨੇ ਕਰਾਇਆ। ਨਜਾਇਜ਼ ਜਿਹੜਾ ਜੀ ਨਕਸ਼ੇ ਪਾਸ ਕਰਨੇ ਜਿਹੜੇ ਕਿ ਹੋ ਹੀ ਨਹੀਂ ਸਕਦੇ, ਔਰ ਅਥਾਰਟੀ ਦੇਤੀ ਨਕਸ਼ਾ ਪਾਸ ਕਰਕੇ ਉਹਨਾਂ ਤੋਂ ਇੰਟਰੈਕਟ ਵਿੱਚ ਪੈਸੇ ਲੈ ਲਏ। ਬੰਦੇ ਬੋਲਦੇ ਨੇ ਜੀ। ਹੁਣ ਮੈਂ ਮੁਹਿੰਮ ਸ਼ੁਰੂ ਕਰ ਰਿਹਾ ਕਿ ਨਜਾਇਜ਼ ਕਬਜ਼ੇ ਜਿਨ੍ਹਾਂ ਨੇ ਕੀਤੇ ਆ, ਕਿੰਨੇ ਕੁ ਪੈਸੇ ਦਿੱਤੇ ਆ, ਕੀ ਆ, ਉਹ ਸਭ ਤੇ ਬਣਦੀ ਕਾਰਵਾਈ ਹੋਵੇ। ਸੋ ਇਹ ਇਨਲੀਗਲ ਕੰਮ ਜਿਹੜਾ ਨਾ ਜੀ ਸਾਰਾ ਇਹ ਆਫੀਸ਼ੀਅਲੀ ਤੌਰ ਤੇ ਬੈਠੇ ਇੱਕ ਇਲੀਗਲ ਕੰਮ ਤਾਂ ਹੋ ਗਿਆ, ਹੁਣ ਤੁਸੀਂ ਇਹਨਾਂ ਤੇ ਸਕੰਜਾ ਕੱਸਤਾ। ਇੱਕ ਤੁਸੀਂ ਗੱਲ ਕਹੀ ਸੀ, ਗੱਲ ਉਹ ਚਲੋ ਸੱਚ ਵੀ ਹੋਈ ਪਿਛਲੇ ਦਿਨਾਂ 'ਚ। ਤੁਸੀਂ ਆਪ ਹੀ ਸਾਈਕਲ ਦੇ ਉੱਤੇ ਜਦੋਂ ਨਾਭੇ ਨਿਕਲੇ ਤਾਂ ਅਫਸਰ ਵੀ ਪਿੱਛੇ ਨਿਕਲ ਪੈਂਦੇ ਸੀ, ਜੇ ਅਫਸਰ ਨੂੰ ਵੀ ਸਾਈਕਲ ਤੇ ਬਿਠਾ ਕੇ ਨਾਲ ਲੈ ਗਏ ਤੁਸੀਂ ਵੀ ਚੱਲ ਵੀ ਉਹ ਕੰਮ ਕਰ। ਸਟਰੀਟ ਲਾਈਟਾਂ ਦਾ ਕੰਮ ਸੀ ਜਦੋਂ, ਤਾਂ ਤੁਸੀਂ ਇੱਕ ਹੋਰ ਗੱਲ ਕਹੀ ਸੀ ਵੀ ਮੈਂ 1 ਰੁਪਿਆ ਤਨਖਾਹ ਨਹੀਂ ਲਵਾਂਗਾ ਤੇ ਨਾਲ ਮੈਂ ਕੋਈ ਗਨਮੈਨ ਨਹੀਂ ਲਵਾਂਗਾ। ਚਲੋ ਗਨਮੈਨ ਤਾਂ ਅਸੀਂ ਦੇਖਿਆ ਨਹੀਂ ਤੁਹਾਡੇ ਨਾਲ, ਅੱਜ ਤੁਹਾਡੇ ਕੋਲ ਪਹੁੰਚਿਆ ਗਨਮੈਨ ਤੁਹਾਡੇ ਆਫਿਸ 'ਚ ਕੋਈ ਨਹੀਂ ਸੀਗਾ, ਤੁਸੀਂ ਆਪਣੀ ਗੱਡੀ ਪਰਸਨਲ 'ਚ ਬਹਿ ਕੇ ਆਏ ਹੋ। ਜੇ ਤਨਖਾਹ ਦੀ ਗੱਲ ਕਰਾਂ ਤਾਂ ਉਹ ਤਨਖਾਹ ਵਾਲਾ ਜਿਹੜਾ ਹੁਣ ਪੱਕਾ ਹੈ ਕੰਮ? ਬਿਲਕੁਲ ਜੀ, ਮੈਂ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਗੱਲ ਕਹਿੰਦਾ ਸੀ, ਇਲੈਕਸ਼ਨ ਜਿੱਤਣ ਤੋਂ ਬਾਅਦ ਵੀ ਮੇਰੀ ਉਹੀ ਗੱਲ ਆ, ਤੁਹਾਡੇ ਨਾਲ ਵੀ ਮੈਂ ਇਹੀ ਗੱਲ ਕਰ ਰਿਹਾ। ਬੇਸ਼ੱਕ ਮੇਰੀ ਤਨਖਾਹ ਨਾਲ ਕੋਈ ਪੰਜਾਬ ਦਾ ਕਰਜ਼ਾ ਨਹੀਂ ਮੁਕਤ ਹੋਣ ਵਾਲਾ, ਨਹੀਂ ਮੁਕਤ, ਪਰ ਮੈਂ ਇੱਕ ਸਿੰਬੋਲਿਕ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਰਾਜਨੀਤੀ ਜਿਹੜੀ ਹੈ ਨਾ ਇਹ ਪੈਸਾ ਕਮਾਉਣ ਵਾਸਤੇ ਨਹੀਂ ਬਣੀ। ਰਾਜਨੀਤੀ ਜਿਹੜੀ ਹੈ ਇਹ ਸੇਵਾ ਕਰਨ ਵਾਸਤੇ ਬਣੀ ਹੈ। ਆਪਾਂ ਕਿਉਂ ਨਾ ਮਿਲ ਕੇ ਸੇਵਾ ਕਰੀਏ। ਤੁਸੀਂ ਤਾਂ ਤਨਖਾਹ ਛੱਡਤੀ, ਠੀਕ ਹੈ ਜੀ, ਤੇ ਜਿਨ੍ਹਾਂ ਦੀਆਂ ਪੈਨਸ਼ਨਾਂ ਬੰਦ ਹੋਈਆਂ ਉਹ ਕਹਿੰਦੇ ਜੀ ਸਾਡਾ 60-70 ਹਜ਼ਾਰ ਰੁਪਏ 'ਚ ਗੁਜ਼ਾਰਾ ਹੀ ਨਹੀਂ ਚੱਲਦਾ। ਬਿਲਕੁਲ ਜੀ, ਬਿਲਕੁਲ। ਦੇਖੋ ਉਹ ਤਾਂ ਕਾਂਗਰਸੀ, ਅਕਾਲੀ, ਬੀਜੇਪੀ ਵਾਲੇ ਰੌਲਾ ਪਾਉਂਦੇ ਸੀ ਵੀ ਇਹ ਜੇ ਪੈਨਸ਼ਨ ਇੱਕ ਕਰਤੀ ਸਾਡਾ ਗੁਜ਼ਾਰਾ ਕਿਵੇਂ ਚੱਲੂ, ਸਾਡੇ ਦਫ਼ਤਰ ਕਿਵੇਂ ਚੱਲਣਗੇ ਜੀ। ਬਲਕਿ ਇੰਨਾ ਕੁਝ ਲੁੱਟ ਲਿਆ ਉਹਨਾਂ ਨੇ ਅਰਬਾਂ ਕਰੋੜਾਂ ਰੁਪਇਆ ਲੁੱਟ ਲਿਆ ਪੰਜਾਬ ਦਾ। ਉਹ ਉਹਨਾਂ ਦਾ ਹਾਲੇ ਵੀ ਢਿੱਡ ਨਹੀਂ ਭਰਦਾ। ਪ੍ਰਕਾਸ਼ ਸਿੰਘ ਬਾਦਲ ਵਰਗੇ 6-6 7-7 ਵਾਰ 8-8 ਵਾਰ MLA ਬਣ ਕੇ ਉਹ ਪੈਨਸ਼ਨਾਂ ਲੈ ਰਹੇ ਸੀ। ਜਦੋਂ ਹੁਣ ਦੇਖਿਆ ਵੀ ਹੁਣ ਲੱਤਾਂ ਬੜੀਆਂ 'ਚ ਨੇ, ਹੁਣ ਕਹਿੰਦੇ ਮੈਂ ਵੀ ਪੈਨਸ਼ਨ ਲੈਂਦਾ। ਸੋ ਕਹਿਣ ਦਾ ਭਾਵ ਇਹ ਹੈ ਕਿ ਹੁਣ ਆ ਕੇ ਅਖੀਰ ਦੇ ਵਿੱਚ ਹੁਣ ਮੇਰੀ ਉਮਰ ਆਲਮੋਸਟ 50 ਦੇ ਆਸ-ਪਾਸ ਹੈ, ਠੀਕ ਹੈ ਜੀ, ਔਰ ਮੈਂ ਪਹਿਲੀ ਵਾਰ MLA ਬਣਿਆ। ਅਗਰ ਮੈਂ ਇਹ ਹੌਸਲਾ ਕਰਕੇ ਇਹ ਗੱਲ ਕਰ ਸਕਦਾ, ਮੈਂ ਬਹੁਤ ਪੂਅਰ ਫੈਮਿਲੀ 'ਚੋਂ ਹਾਂ। ਮੇਰੇ ਫਾਦਰ ਸਾਹਿਬ ਸਾਈਕਲਾਂ ਦੀ ਰਿਪੇਅਰ ਦਾ ਕੰਮ ਕਰਦੇ ਸੀਗੇ, ਔਰ ਇਹ ਨਹੀਂ ਕਿ ਮੇਰੇ ਕੋਲ ਬਹੁਤ ਜ਼ਿਆਦਾ ਪੈਸੇ ਨੇ ਜਾਂ ਮੈਂ ਕੋਈ ਬਹੁਤ ਕਰੋੜਪਤੀ ਬੰਦਾ, ਇੱਦਾਂ ਦਾ ਕੁਝ ਨਹੀਂ। ਪਰ ਸੋਚ ਬਹੁਤ ਵੱਡੀ ਹੈ ਜੀ, ਸੋਚ ਵੱਡੀ ਹੈ ਕਿ ਪੂਰੇ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਇੱਕ ਮੈਸੇਜ ਆਵੇ ਕਿ ਰਾਜਨੀਤੀ ਪੈਸਾ ਕਮਾਉਣ ਲਈ ਨਹੀਂ ਬਣੀ। ਰਾਜਨੀਤੀ ਅਗਰ ਤੁਸੀਂ ਕਹਿੰਦੇ ਹੋ ਨਾ ਕਿ ਮੈਂ ਸੇਵਾ ਕਰਨ ਵਾਸਤੇ ਹਾਂ, ਤਾਂ ਫਿਰ ਸੇਵਾ ਕਰਕੇ ਦਿਖਾਓ, ਫਿਰ ਕਰਕੇ ਦਿਖਾਓ। ਇਹ ਕੰਮ ਨਾਲ ਸ਼ੁਰੂਆਤ ਹੋ ਗਈ। ਫਿਰ ਥੋੜਾ ਜਿਹੜਾ ਵਰਕਿੰਗ ਸਟਾਈਲ ਹੈ, ਤੁਸੀਂ ਲੋਕਾਂ ਦੀ ਸਮੱਸਿਆ ਜਿਹੜੀ ਹੈ ਉਹਦਾ ਜਿਹੜਾ ਰਾਈਟ ਵੇ ਹੱਲ ਹੋਣ ਵਾਲਾ। ਮਾਨ ਸਾਹਿਬ 60-70 ਹਜ਼ਾਰ ਰੁਪਇਆ ਇੱਕ ਸੈਟੀਸਫਾਈਡ ਹੋ ਜਾਂਦਾ ਬੰਦਾ ਇੰਨੇ ਕੁ ਪੈਸੇ ਕਮਾਉਣ ਵਾਲਾ, ਕਿਉਂਕਿ ਦੂਜੇ ਪਾਸੇ ਦੇਖੀਏ ਤਾਂ ਉਹ ਟੀਚਰ ਦੇਖੋ ਜਿਹੜੇ 8-8 9-9 ਹਜ਼ਾਰ ਤਨਖਾਹ ਜੀ, ਹਾਂਜੀ 85,000 ਤਾਂ ਕੈਸ਼ ਤਨਖਾਹ ਜਿਹੜੀ, ਬਾਕੀ ਜਿਹੜੇ ਹੋਰ ਵੇਜਸ ਪਾ ਕੇ ਮੈਂ ਕਿਹਾ 2.5-3 ਲੱਖ ਪੈਂਦਾ ਫੇਰ। ਤੇ ਉਹ ਵੀ ਟੀਚਰ ਦੇਖੋ ਜਿਹੜੇ 8-9 ਹਜ਼ਾਰ ਰੁਪਏ ਦੇ ਵਿੱਚ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾ ਰਹੇ ਨੇ, ਜਾਂ ਹੋਰ ਵੀ ਕਈ ਮਹਿਕਮੇ ਨੇ ਜਿੱਥੇ 8-8 9-9 ਹਜ਼ਾਰ ਰੁਪਏ ਦੇ ਵਿੱਚ ਲੋਕ ਕੰਮ ਕਰ ਰਹੇ ਨੇ, ਗੁਜ਼ਾਰਾ ਕਰ ਰਹੇ ਨੇ। ਹਾਂ, ਬਿਲਕੁਲ ਸਹੀ ਗੱਲ ਹੈ ਜੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਬਹੁਤ ਸਾਰੇ ਕੇਪੇਬਲ ਲੋਕ, ਬਹੁਤ ਸਾਰੇ ਲਿਆਕਤ ਜਿਨ੍ਹਾਂ ਨੇ ਪ੍ਰਾਪਤ ਕੀਤੀ ਹੈ, ਜਿਨ੍ਹਾਂ ਦੇ ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਬਹੁਤ ਉਮੀਦ ਨਾਲ ਪੜ੍ਹਾਇਆ ਕਿ ਸਾਡਾ ਬੱਚਾ ਵੱਡਾ ਹੋ ਕੇ ਅਫਸਰ ਬਣੇਗਾ, ਸਾਡੇ ਘਰ ਦਾ ਸਾਰਾ ਜਿਹੜੀ ਗਰੀਬੀ ਹੈ, ਗੁਰਬਤ ਦੀ ਜ਼ਿੰਦਗੀ ਸਾਨੂੰ ਉਹ 'ਚੋਂ ਕੱਢੇਗਾ। ਤੇ ਉਹ ਵਿਚਾਰੇ 5-5 7-7 DC ਰੇਟ ਵੀ ਨਹੀਂ ਮਿਲਦਾ, ਉਹ 'ਚ ਵੀ ਕਮਿਸ਼ਨ ਜਾਂਦਾ ਜੀ, ਠੇਕੇਦਾਰ ਨੂੰ ਕਮਿਸ਼ਨ ਜਾਂਦਾ। ਜੇ 10,000 DC ਰੇਟ ਹੈ ਨਾ ਜੀ, 10,000 ਕੁਛ, ਤਾਂ ਉਹਦੇ ਵਿੱਚੋਂ ਵੀ 2-2.5 ਹਜ਼ਾਰ ਰੁਪਈਆ ਠੇਕੇਦਾਰ ਨੂੰ ਜਾਂਦਾ, ਬਾਕੀ ਪੈਸੇ ਕੰਮ ਕਰਨ ਵਾਲੇ ਨੂੰ ਮਿਲਦੇ ਆ। ਔਰ ਇਹ ਸਿਸਟਮ ਜਿਹੜਾ ਸਾਰਾ ਇਸ ਕਰਕੇ ਹੈ ਕਿਉਂਕਿ ਇਮਾਨਦਾਰ ਸਰਕਾਰ ਨਹੀਂ ਆਈ, ਇਮਾਨਦਾਰ MLA ਨਹੀਂ ਆਏ, ਉਹਨਾਂ ਨੇ ਕਦੇ ਗੱਲ ਨਹੀਂ ਚੁੱਕੀ। ਤਾਂ ਹੁਣ ਜਿਹੜੀ ਸਰਕਾਰ ਹੈ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ, ਭਗਵੰਤ ਮਾਨ ਸਾਹਿਬ ਬਹੁਤ ਬਰੀਕੀ ਨਾਲ ਵਾਚ ਕਰਦੇ ਆ ਔਰ ਆਪਣੇ ਵਤਨ ਨੂੰ, ਆਪਣੇ ਪੰਜਾਬ ਨੂੰ, ਆਪਣੇ ਲੋਕਾਂ ਨੂੰ ਮੁਹੱਬਤ ਕਰਦੇ ਆ, ਔਰ ਮਿੱਟੀ ਨਾਲ ਜੁੜੇ ਇਨਸਾਨ ਨੇ। ਇੱਕ ਚੀਜ਼ ਦੇ ਉੱਪਰ ਗੌਰ ਕਰਦੇ ਆ, ਹਰ ਇੱਕ ਦੀ ਗੱਲ ਸੁਣਦੇ ਆ, ਔਰ ਹਰ ਇੱਕ ਗੱਲ ਜਿਹੜੀ ਆ ਉਹਨਾਂ ਦੇ ਅੰਦਰ ਤਾਂ ਵਸੀ ਪਈ ਆ ਕਿ ਕਿਹੜੀ ਸਮੱਸਿਆਵਾਂ ਨੇ। ਹੁਣ ਉਸੇ ਤਰੀਕੇ ਨਾਲ ਹੀ ਉਹ ਬਲੂਪ੍ਰਿੰਟ ਤਿਆਰ ਕਰਕੇ ਉਹ ਗੱਲਾਂ ਜਿਹੜੀਆਂ ਨੇ ਤਾਂ ਉਮਰ ਭਰ ਲਈ ਉਹਨਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਆ। ਉਹਨੂੰ ਟਾਈਮ ਬੇਸ਼ੱਕ ਜ਼ਰੂਰ ਲੱਗੇਗਾ ਥੋੜਾ ਬਹੁਤਾ, ਪਰ ਜਦੋਂ ਸਮੱਸਿਆ ਦਾ ਹੱਲ ਹੋ ਗਿਆ ਨਾ, ਕਿਉਂਕਿ ਲੋਕ ਨਾ ਪਿੱਛੇ ਜੇ ਹੁਣ ਜਿਵੇਂ ਸਿੱਧੂ ਮੂਸੇ ਵਾਲੇ ਦੇ ਗੀਤ ਦੀ ਗੱਲ ਹੋਈ ਤਾਂ ਆਮ ਪਾਰਟੀ ਵਾਲਿਆਂ ਨੇ ਪੂਰਾ ਵਿਰੋਧ ਕੀਤਾ। ਇੱਥੋਂ ਰਾਈਟ ਲੈ ਲਓ ਬਾਈ ਜੀ, ਤਾਂ ਆਮ ਆਦਮੀ ਇਹ ਸਾਹਮਣੇ ਭਵਾਨੀਗੜ੍ਹ ਨੂੰ ਨਿਕਲ ਜਾਂਦੀ ਜੀ ਰੋਡ। ਅੱਛਾ ਜੀ, ਹਾਂਜੀ, ਇਹ ਛਿੰਟਾਂ ਵਾਲਾ ਇਤਿਹਾਸਕ ਪਿੰਡ ਹੈ ਜੀ। ਬਹੁਤ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ 17 ਦਿਨ ਇੱਥੇ ਰਹੇ ਸੀਗੇ। ਇਹ ਰੋਡ ਉੱਧਰ ਨੂੰ ਫਿਰ ਅੱਗੇ ਧੂਰੀ ਨਿਕਲ ਜਾਂਦਾ, ਧੂਰੀ ਨੂੰ ਚਲਾ ਜਾਂਦਾ। ਤਾਂ ਮੈਂ ਉਹ ਗੱਲ ਕਰ ਰਿਹਾ ਸੀ ਸਿੱਧੂ ਮੂਸੇ ਵਾਲੇ ਦੇ ਗੀਤ ਦੀ, ਤਾਂ ਆਮ ਆਦਮੀ ਪਾਰਟੀਆਂ ਨੇ ਵਿਰੋਧ ਜਤਾਇਆ ਸਾਰਿਆਂ ਨੇ। ਤਾਂ ਲੋਕ ਕਹਿਣ ਲੱਗ ਗਏ ਵੀ ਜਿਹੜੇ ਪੰਜਾਬ ਰਾਜ ਬਿਜਲੀ ਬੋਰਡ ਦੇ ਮੁਲਾਜ਼ਮ ਸੱਦੇ ਸਨ ਦਿੱਲੀ, ਉਸ ਗੱਲ ਨੂੰ ਛੁਪਾਉਣ ਦੇ ਲਈ ਆਮ ਆਦਮੀ ਪਾਰਟੀ ਨੇ ਸਿੱਧੂ ਮੂਸੇ ਵਾਲੇ ਤੇ ਤੰਜ ਕੱਸਿਆ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਅਰਵਿੰਦ ਕੇਜਰੀਵਾਲ ਸਾਹਿਬ ਬਹੁਤ ਸਿੰਸੀਅਰ ਨੇ,
ਔਰ ਪੰਜਾਬ ਦੇ ਨਾਲ ਜਿਹੜਾ ਵਾਅਦਾ ਕੀਤਾ, ਗਰੰਟੀ ਕੀਤੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿ 300 ਯੂਨਿਟ ਫ੍ਰੀ ਪ੍ਰਤੀ 1 ਮੀਟਰ ਪਿੱਛੇ, ਉਹਦੀ ਮੀਟਿੰਗ ਲਈ ਬਹੁਤ ਕੁਝ ਪਲਾਨ, ਬਹੁਤ ਕੁਝ ਸਾਰਾ ਦਿੱਲੀ ਦੇ ਵਿੱਚ ਸਿਸਟਮ ਕਿਵੇਂ ਚੱਲ ਰਿਹਾ ਉਹ ਦਿਖਾਉਣਾ, ਉਹਦੇ ਬਾਰੇ ਡਿਸਕਸ ਕਰਨੀ ਕਿ ਅਸੀਂ ਇਦਾਂ ਕਰ ਰਹੇ ਹਾਂ। ਦਿੱਲੀ ਦੇ ਵਿੱਚ ਪਿਛਲੇ 7-8 ਸਾਲਾਂ ਤੋਂ ਦਿੱਲੀ ਇੱਕ ਨਵਾਂ ਪੈਸਾ ਰੇਟ ਨਹੀਂ ਵਧਾਇਆ, ਔਰ ਕਿਵੇਂ ਲੋਕਾਂ ਨੂੰ ਫ੍ਰੀ, ਉਹ ਸਾਰਾ ਕੋਈ ਕਨਸੈਪਟ ਦਿਖਾਉਣਾ, ਤਾਂ ਹੀ ਸਮਝ ਆਊਗੀ ਨਾ ਗੱਲ। ਇਹਨਾਂ ਨੇ ਉਸ ਚੀਜ਼ ਨੂੰ ਜੀ ਉਹ ਦੇਖੋ ਜੀ ਦਿੱਲੀੋਂ ਪੰਜਾਬ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ, ਅਫਸਰ ਉੱਤੇ ਬੁਲਾ ਲਿਆ। ਅਸਲ ਗੱਲ ਕੀ ਹੈ ਜੀ, ਅਸਲ ਗੱਲ ਤਾਂ ਸਮਝਦੇ ਨਹੀਂ, ਠੀਕ ਹੈ ਨਾ। ਉਹ ਆਪਾਂ ਕੋਈ ਵੀ ਚੀਜ਼ ਜਿਹੜੀ ਆਲਰੇਡੀ ਇੱਕ ਚੱਲ ਰਹੀ ਆ ਪਿਛਲੇ 7-8 ਸਾਲਾਂ ਤੋਂ ਕਾਮਯਾਬ ਤਰੀਕੇ ਨਾਲ, ਉਹ ਚੀਜ਼ ਦਿਖਾ ਕੇ ਜਾ ਕੇ ਪੰਜਾਬ ਦੇ ਅਫਸਰ ਸਾਹਿਬਾਨ ਨੂੰ ਗੱਲ ਪਤਾ ਲੱਗ ਜੇ, ਜਿਹੜਾ ਸਾਹਮਣੇ ਪ੍ਰੈਕਟੀਕਲ ਜਦੋਂ ਉਹ ਗੱਲ ਚੀਜ਼ ਬਣੀ ਹੁੰਦੀ ਹੈ ਤਾਂ ਕਿ ਉਹ ਪੰਜਾਬ ਦੇ ਵਿੱਚ ਆ ਕੇ ਉਹਨੂੰ ਆਪਣਾ ਸਮਝ ਕੇ ਆਗੇ ਤਾਂ ਕਰਨਾ ਈਜ਼ੀ ਆ। ਬਹੁਤ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਮਿਸਤਰੀ ਨੂੰ ਦਿਖਾ ਦਿੰਦੇ ਵੀ ਆਹ ਮਕਾਨ ਬਣਿਆ ਜੀ, ਆਪਾਂ ਇਸ ਤਰ੍ਹਾਂ ਦਾ ਬਣਾਉਣਾ। ਮਕਸਦ ਉਹ ਸੀਗਾ, ਇਹਨਾਂ ਨੇ ਕਾਂਗਰਸ ਕਾਲੀਆਂ ਨੇ ਇਹਨਾਂ ਨੇ ਬਣਾ ਲਿਆ ਜੀ, ਦੇਖੋ ਕੇਜਰੀਵਾਲ ਦਿੱਲੀੋਂ ਚਲਾ ਰਿਹਾ ਜੀ ਪੰਜਾਬ ਨੂੰ, ਫਲਾਣਾ ਕਰਟਮ, ਇਦਾਂ ਦਾ ਕੁਝ ਨਹੀਂ ਹੈ। ਔਰ ਸਾਰਾ ਕੁਝ ਉਹ ਸੀਐਮ ਸਾਹਿਬ ਦੀ, ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਆ, ਉਹਨਾਂ ਦੀ ਨੌਲੇਜ ਦੇ ਵਿੱਚ ਆ। ਇੱਕ ਇੱਕ ਚੀਜ਼ ਜਿਹੜੀ ਹੈ ਉਹ ਮਾਨ ਸਾਹਿਬ ਜਿਹੜੇ ਡਿਸਕਸ ਕਰਕੇ ਚੱਲ ਰਹੇ ਨੇ, ਸਾਨੂੰ ਸਭ ਦੀ ਰਾਏ ਲਈ ਜਾਂਦੀ ਹੈ, ਸਭ ਤੋਂ ਪੁੱਛਿਆ ਵੀ ਜਾਂਦਾ, ਵਿਚਾਰ ਚਰਚਾ ਵੀ ਹੁੰਦੀ ਹੈ, ਸਾਡੀਆਂ ਮੀਟਿੰਗਾਂ ਵੀ ਹੁੰਦੀਆਂ ਨੇ। ਮਕਸਦ ਇੱਕੋ ਹੀ ਆ ਕਿ ਜਿਸ ਚੀਜ਼ ਲਈ ਸਾਨੂੰ ਚੁਣਿਆ ਨਾ, ਉਹ ਚੀਜ਼ ਤੇ ਖਰਾ ਉਤਰਿਆ ਜਾਵੇ। ਕਿਉਂਕਿ ਮਾਨ ਸਾਹਿਬ ਨਾ ਇੱਕ ਕੱਲ੍ਹ ਉਹਨਾਂ ਦਾ ਟਵੀਟ ਆਇਆ, ਕਹਿੰਦੇ ਵੀ ਲੋਕਾਂ ਨੂੰ ਠੀਕ ਹੈ, ਅਸੀਂ ਮੰਨਦੇ ਹਾਂ ਵੀ ਸਾਡੇ ਵਾਅਦੇ ਅਜੇ ਅਧੂਰੇ ਨੇ, ਵਿੱਚ ਵਾਅਦੇ ਪੂਰੇ ਕਰਨੇ ਨੇ, ਅਸੀਂ ਉਹ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਉਹ ਸਾਰੇ ਪੂਰੇ ਕਰਾਂਗੇ, ਪਰ ਥੋੜਾ ਜਿਹਾ ਸਮਾਂ ਦਿਓ, 6 ਮਹੀਨੇ ਦਾ, ਅਸੀਂ ਸਾਰੇ ਰੋਡ ਮੈਪ ਤਿਆਰ ਕਰ ਰਹੇ ਹਾਂ। ਕੋਈ ਵੀ ਚੀਜ਼ ਆਪਾਂ ਜੇ ਘਰ ਬਣਾਉਣਾ ਹੋਵੇ ਜੀ, ਘਰ ਕਿਹੜਾ ਮਹੀਨੇ 'ਚ ਬਣ ਜਾਂਦਾ ਜੀ। ਘਰ ਬਣਾਉਣ ਨੂੰ ਵੀ 6 ਮਹੀਨੇ, ਸਾਲ, ਕਈ ਵਾਰੀ 2-2 ਸਾਲ ਵੀ ਲੱਗ ਜਾਂਦੇ ਜੀ, ਵਧੀਆ ਜੇ ਤੁਸੀਂ ਘਰ ਬਣਾਉਣਾ। ਉਸੇ ਤਰੀਕੇ ਨਾਲ ਪੰਜਾਬ ਆ ਜਿਹੜਾ ਪਿਛਲੇ 70 ਸਾਲਾਂ ਤੋਂ ਪੰਜਾਬ ਬਹੁਤ ਗੁਰਬਤ ਦੀ ਜ਼ਿੰਦਗੀ, ਕਿਸਾਨ ਧਰਨਿਆਂ ਤੇ, ਕਿਸਾਨ ਸੁਸਾਈਡ, ਨੌਜਵਾਨੀ ਆਈਲੈਟਸ ਕਰਕੇ ਬਾਹਰਲੇ ਮੁਲਕਾਂ ਵਾਲੇ ਪਾਸੇ, ਗਰੀਬ ਨੂੰ ਤਾਂ ਹੱਕ ਨਹੀਂ ਸੀ ਮਿਲ ਰਿਹਾ। ਪੋਲੀਟੀਕਲ ਜਵਾਬ ਨੇ ਆ ਵੀ ਕਿਹਾ ਵੀ ਹੁਣ ਪੰਜਾਬ ਨੂੰ ਅਸੀਂ ਐਸਾ ਬਣਾ ਦੇਾਂਗੇ, ਅੰਗਰੇਜ਼ ਆ ਕੇ ਪੜਿਆ। ਬਿਲਕੁਲ। ਔਰ ਪੰਜਾਬ ਦੇ ਵਿੱਚ ਜਿਹੜੀ ਪੋਲੀਟੀਕਲ ਜਮਾਤ ਆ ਲਗਾਤਾਰ ਅਮੀਰ ਹੁੰਦੀ ਗਈ ਹੈ, ਔਰ ਜਿਹੜੇ ਲੋਕ ਸੀਗੇ ਜਿਹੜੇ ਵੋਟ ਪਾਉਂਦੇ ਸੀ ਲਗਾਤਾਰ ਗਰੀਬ ਹੁੰਦੇ ਗਏ। ਕਿਉਂਕਿ ਇਹਨਾਂ ਨੇ ਜਿਹੜਾ ਬਣਦਾ, ਇੱਕ ਨਾ ਮੈਂ ਵੀਡੀਓ ਦਫ਼ਤਰ ਮੀਟਿੰਗ ਸੀਗੀ, ਮੈਨੂੰ ਵੀ ਫਸਟ ਟਾਈਮ ਪਤਾ ਲੱਗਿਆ ਕਿ ਹਰੇਕ ਨੂੰ ਸੈਂਟਰਲ ਗਵਰਨਮੈਂਟ ਹਰੇਕ ਸਾਲ ਇੱਕ ਵਿਅਕਤੀ ਨੂੰ, ਜਾਣੀ ਕਿ ਜਿੰਨੀ ਆਬਾਦੀ ਆਪਣੀ ਪੰਜਾਬ ਦੀ, ਹਰੇਕ ਵਿਅਕਤੀ ਨੂੰ ਪਿੰਡ ਦੇ ਹਿਸਾਬ ਨਾਲ ਇੱਕ ਬੰਦੇ ਨੂੰ 880 ਰੁਪਏ ਦਿੰਦੀ ਹੈ ਜੀ। ਉਹ ਪੈਸੇ ਦਾ ਹਿਸਾਬ ਕਿਤਾਬ ਹੀ ਨਹੀਂ ਜੀ, ਕੌਣ ਕਿੱਥੇ ਜਾ। 880 ਰੁਪਏ 1 ਰੁਪਏ ਪਰ ਪਰਸਨ ਸੈਂਟਰ ਗਵਰਨਮੈਂਟ ਦਾ ਪੰਜਾਬ ਸਰਕਾਰ ਨੂੰ ਆਉਂਦਾ ਜੀ ਇੱਥੇ। ਉਹ ਪੈਸੇ ਦਾ ਹਿਸਾਬ ਕਿਤਾਬ ਹੀ ਹੈ ਨਹੀਂ ਜੀ, ਕਿੱਥੇ ਲੱਗ ਰਿਹਾ, ਕੌਣ ਲਾ ਰਿਹਾ, ਕਿ ਆਪਣੀ ਮਰਜ਼ੀ ਨਾਲ 10% ਲਾ ਲਿਆ, 20% ਬਾਕੀ ਜੇਬਾਂ 'ਚ ਪਾ ਲਿਆ। ਸ਼ਾਮਲਾਟ ਦੀ ਬੋਲੀ ਜਿਹੜੀ ਚੜ੍ਹਦੀ, ਹੁਣ ਅੱਗੇ ਬੋਲੀ ਆ ਰਹੀ ਹੈ ਜੀ, ਸ਼ਾਮਲਾਟ ਦੀ ਬੋਲੀ ਜਿਹੜੀ ਹੈ ਨਾਭਾ ਵਿਧਾਨ ਸਭਾ ਨਾ ਜੀ। ਫਿਰ ਲੱਗਦਾ ਆਹੀ ਫਰਕ ਹੈ ਹੁਣ ਆਮ ਆਦਮੀ ਪਾਰਟੀ ਦੇ ਰਵੱਈਏ, ਤੁਸੀਂ ਲੋਕਾਂ ਨੂੰ ਦੱਸਣਾ ਸ਼ੁਰੂ ਕਰਤਾ ਤੁਹਾਡੇ ਆ ਹੱਕ ਨੇ, ਇਹ ਲਵੋ। ਮੈਂ ਤੁਹਾਨੂੰ ਦੱਸ ਰਿਹਾ ਜੀ, ਨਾਭਾ ਵਿਧਾਨ ਸਭਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਸਭ ਤੋਂ ਵੱਧ ਅਮੀਰ ਵਿਧਾਨ ਸਭਾ ਐਜ਼ ਏ ਸ਼ਾਮਲਾਟ ਜ਼ਮੀਨਾਂ ਦੇ ਵਿੱਚ। ਓਕੇ, ਪੰਚਾਇਤੀ ਜ਼ਮੀਨਾਂ ਜਿਹੜਾ ਇਹਨਾਂ ਦੇ ਮੁਤਾਬਕ 14 ਕਰੋੜ ਕੁਛ ਹੈ ਜੀ ਸਾਲ ਦਾ, ਜਿਹੜਾ ਜ਼ਮੀਨਾਂ ਚੜ੍ਹਦੀਆਂ ਨੇ ਠੇਕੇ ਦੇ। ਪਰ ਜੇ ਇਹਨੂੰ ਸਹੀ ਤਰੀਕੇ ਨਾਲ ਦੇਖਿਆ ਜਾਵੇ ਤਾਂ ਮੇਰੇ ਹਿਸਾਬ ਨਾਲ ਇਹ 17, 18, 20 ਕਰੋੜ ਦੇ ਆਸ-ਪਾਸ ਜਾਂਦੀ ਰਕਮ ਜੀ। ਇਹ ਡੇਲੀ ਹਰੇਕ ਸਾਲ ਆਉਣਾ ਜੀ ਪੈਸਾ, ਹਰੇਕ ਸਾਲ ਜਿੰਨਾ ਪਿੰਡਾਂ ਦੀ ਸ਼ਾਮਲਾਟ ਤੋਂ ਆ ਰਿਹਾ ਉਹ ਪਿੰਡਾਂ ਤੇ ਲੱਗਿਆ ਹੀ ਨਹੀਂ ਜੀ। ਉਹ ਪੈਸਾ ਗਿਆ ਕਿੱਥੇ ਜੀ, ਉਹਦਾ ਕੋਈ ਹੈ ਹੀ ਨਹੀਂ ਰਿਕਾਰਡ ਜੀ, ਪਤਾ ਹੀ ਨਹੀਂ ਖੁਰਦ-ਬੁਰਦ ਕਿੱਥੇ ਹੋ ਗਿਆ। ਵੀਡੀਓ ਦਫ਼ਤਰ ਦੇ ਵਿੱਚ ਮੈਂ ਮੀਟਿੰਗ ਕੀਤੀ, ਮੈਂ ਪਿੱਛੇ ਗਿਆ, ਮੈਂ ਗਿਆ ਤੇ ਮੈਂ ਚੈੱਕ ਕੀਤਾ, ਉੱਥੇ ਇੱਕ ਜਨਰੇਟਰ ਲੱਗਿਆ ਸੀ। ਮੈਂ ਕਿਹਾ ਜੀ ਜਨਰੇਟਰ ਸਹੀ ਕੰਮ ਕਰਦਾ? ਉਹ ਕਹਿੰਦੇ ਜੀ ਹਾਂ। ਮੈਂ ਕਿਹਾ ਵੀ ਇਹ ਜਨਰੇਟਰ ਤੁਸੀਂ ਨਵਾਂ ਲਿਆ ਕਿ ਪੁਰਾਣਾ? ਕਹਿੰਦੇ ਜੀ ਪੁਰਾਣਾ ਲਿਆ। ਮੈਂ ਕਿਹਾ ਕਿੰਨੇ ਦਾ ਲਿਆ? ਕਹਿੰਦੇ ਜੀ ਲੱਖ, ਪਤਾ ਨਹੀਂ 1.5 ਲੱਖ ਰੁਪਏ ਦੱਸਿਆ ਉਹਨਾਂ ਨੇ। ਤੇ ਮੈਨੂੰ ਫਿਰ ਕਿਸੇ ਨੇ ਅੰਦਰੋਂ ਦੱਸਿਆ ਕਿ ਇਹ ਜਨਰੇਟਰ ਦਾ 7 ਲੱਖ ਰੁਪਇਆ ਨਵੇਂ ਦਾ ਬਿੱਲ ਪਾਇਆ ਹੋਇਆ ਜੀ। ਇਹ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਕੰਮ ਹੁੰਦੇ ਰਹੇ ਨੇ ਜੀ। ਤੁਸੀਂ ਦੱਸੋ ਕਿੱਥੋਂ ਰਾਈਜ਼ ਕਰਾਂਗੇ ਜੀ ਆਪਾਂ, ਕਿੱਥੋਂ ਗਰੀਬੀ ਕੱਢਾਂਗੇ ਆਪਾਂ? ਔਰ ਜਿਹੜੇ ਕਾਂਗਰਸ ਦੇ ਅਹੁਦੇਦਾਰ ਸਾਹਿਬਾਨ, ਬਲਾਕ ਸਮਿਤੀ ਦੇ ਪ੍ਰਧਾਨ, ਕੀ ਆਪਦੇ ਪਰਿਵਾਰ, ਆਪਦੇ ਰਿਸ਼ਤੇਦਾਰਾਂ ਨੂੰ ਘਰੇ ਬੈਠਾ ਨੂੰ 20,000 ਰੁਪਏ ਤਨਖਾਹ ਦਿੰਦੇ ਜੀ, ਉਹ ਕੰਮ ਤੇ ਵੀ ਨਹੀਂ ਆਉਂਦੇ। ਉਹ ਤੁਸੀਂ ਦੱਸੋ ਜੀ ਕਿੱਥੋਂ ਤੁਸੀਂ ਇਹ ਜਿਹੜੀ ਛਾਂਟੀ ਕਰੋਗੇ? ਬਿਲਕੁਲ ਛਾਂਟੀ ਨੂੰ ਤਾਂ ਕਾਰਵਾਈ ਕਰਾਂਗੇ ਜੀ, ਬਿਲਕੁਲ ਛਾਂਟੀ ਕਰਾਂਗੇ। ਔਰ ਜਿਹੜੇ ਲੋੜਵੰਦ, ਜਿਹੜੇ ਪੜ੍ਹੇ ਲਿਖੇ ਨੇ, ਜਿਹੜੇ ਬੇਰੁਜ਼ਗਾਰ ਘੁੰਮ ਰਹੇ ਨੇ, ਉਹਨਾਂ ਨੂੰ ਨੌਕਰੀਆਂ ਮਿਲਣਗੀਆਂ, ਉਹਨਾਂ ਨੂੰ ਕੰਮ ਮਿਲੇਗਾ। ਔਰ ਜਿਹੜੇ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੇ ਆਪ ਵੀ ਲੁੱਟਿਆ, ਆਪਣੇ ਪਰਿਵਾਰ ਨੂੰ ਵੀ ਲੁਟਾਇਆ, ਇਹੋ ਜਿਹੇ ਲੋਕਾਂ ਤੋਂ ਮੁਕਤੀ ਪਾਵਾਂਗੇ ਜੀ।
ਜਿਹੜੇ ਅੱਜ ਇਹ ਜਨ ਸੁਵਿਧਾ ਕੈਂਪ ਜਿਹੜੇ ਪੂਰੇ ਪੰਜਾਬ 'ਚ ਲੱਗਣੇ ਸੀ ਉਹੀ ਹੈ ਉਰੇ ਵੀ ਪ੍ਰੋਗਰਾਮ? ਬਿਲਕੁਲ ਜੀ, ਉਹਦੇ ਤਹਿਤ ਹੀ ਪ੍ਰੋਗਰਾਮ ਆ। ਐਸਟੀ ਮੈਡਮ ਨਾਭਾ ਮੈਡਮ ਕਨੂੰ ਗਰਗ ਜੀ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਜੀ ਨਵੀਂ ਸ਼ੁਰੂਆਤ ਕੀਤੀ ਗਈ ਹੈਗੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਜਾ ਕੇ ਜਿੰਨੀ ਵੀ ਸੁਵਿਧਾ ਹੈਗੀ ਹੈ, ਜਿੰਨੇ ਵੀ ਡਿਪਾਰਟਮੈਂਟਸ ਹੈਗੇ ਆ, ਵੀ ਪਿੰਡ ਦੇ ਵਿੱਚ ਜਾ ਕੇ ਲੋਕਾਂ ਦੇ ਘਰ ਤੱਕ ਜਾ ਕੇ ਉਹਨਾਂ ਨੂੰ ਸੁਵਿਧਾ ਮਿਲੇ। ਤਾਂ ਉਹਦੀ ਇੱਕ ਪਟਿਆਲਾ ਜ਼ਿਲ੍ਹਾ ਦੇ ਵਿੱਚ ਜਿਹੜੀ ਹੈਗੀ ਹੈ ਆਨਰੇਬਲ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਹੈਗੇ ਆ ਉਹਨਾਂ ਦੀ ਪ੍ਰਧਾਨਗੀ ਹੇਠ ਇੱਕ ਮੁਹਿੰਮ ਜਿਹੜੀ ਹੈਗੀ ਹੈ ਸ਼ੁਰੂ ਕੀਤੀ ਗਈ ਹੈ, ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਤੇ ਮੈਂ ਉਮੀਦ ਕਰਦੀ ਹਾਂ ਵੀ ਲੋਕ ਜਿਹੜਾ ਹੈਗਾ ਇਹਦਾ ਵੱਧ ਤੋਂ ਵੱਧ ਫਾਇਦਾ ਚੁੱਕਣ। ਤਾਂ ਇਹ ਜੇ ਜਨ ਸੁਵਿਧਾ ਕੈਂਪ ਮੇਰੇ ਹਿਸਾਬ ਨਾਲ ਹੋਰ ਪਿੰਡਾਂ 'ਚ ਲੱਗਣੇ ਚਾਹੀਦੇ। ਲੋਕ ਜਾਗਰੂਕ ਹੁੰਦੇ ਨੇ, ਜਿਸ ਤਰ੍ਹਾਂ ਤੁਸੀਂ ਰਸਤੇ 'ਚ ਕਈ ਗੱਲਾਂ ਮੇਰੇ ਨਾਲ ਕੀਤੀਆਂ ਤਾਂ ਉਹ ਜਾਗਰੂਕ ਵਾਲੀਆਂ ਗੱਲਾਂ ਹੀ ਨੇ, ਕਿਉਂਕਿ ਲੋਕਾਂ ਤੱਕ ਆਮ ਲੋਕਾਂ ਤੱਕ ਜਦੋਂ ਗੱਲਾਂ ਨਹੀਂ ਪਤਾ ਲੱਗਦੀਆਂ, ਜਿਵੇਂ ਤੁਸੀਂ 800 ਰੁਪਏ ਵਾਲੀ ਗੱਲ ਕੀਤੀ, ਹੋਰ ਕਈ ਗੱਲਾਂ ਨੇ ਆਮ ਲੋਕਾਂ ਨੂੰ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ ਸੀਗਾ ਜਦੋਂ ਰਵਾਇਤੀ ਪਾਰਟੀਆਂ ਸੀ। ਤਾਂ ਉਹ ਤੁਸੀਂ ਸਾਰੀਆਂ ਗੱਲਾਂ ਜਿਹੜੀਆਂ ਹੁਣ ਸਾਡੇ ਚੈਨਲ ਦੇ ਰਾਹੀਂ ਤਾਂ ਲੋਕ ਸੁਣਨਗੇ, ਤੁਸੀਂ ਵੀ ਆਮ ਲੋਕਾਂ ਨੂੰ ਮਿਲਦੇ ਇਹਨਾਂ ਨਾਲ ਕਰਦੇ ਹੀ ਰਹਿੰਦੇ ਹੋ। ਇਹ ਇੱਕ ਵੱਖਰੀ ਜਿਹੜੀ ਬਣਾ ਰਹੇ ਨੇ ਆਮ ਆਦਮੀ ਪਾਰਟੀ ਵਾਲੇ, ਜਿਹੜੀ ਪਹਿਚਾਣ ਦੀ ਗੱਲ ਕੀਤੀ ਜਾਵੇ ਤਾਂ MLA ਨਾਭਾ ਦੇਵ ਮਾਨ ਜੀ ਨਾਲ ਅਸੀਂ ਹੁਣ ਕਾਫੀ ਸਮਾਂ ਬਿਤਾਇਆ, ਤਾਂ ਹੁਣ ਇਹਨਾਂ ਨੂੰ ਵੀ ਥੋੜਾ ਬਹੁਤ ਆਪਾਂ ਮਿਲ ਲੈਣ ਦੀਏ, ਇਹਨਾਂ ਨੂੰ ਵੀ ਕੰਮ ਕਰ ਲੈਣ ਦੀਏ। ਸੋ MLA ਸਾਹਿਬ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਮੈਂ ਬੈਠੋ, ਚਾਹ ਪਾਣੀ ਪੀ ਕੇ ਜਾਓ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਹੁਤ ਵਧੀਆ ਲੱਗਿਆ MLA ਸਾਹਿਬ ਨਾਲ ਮਿਲ ਕੇ। ਤਾਂ ਕਈ ਅਜਿਹੀਆਂ ਮੁੱਦਿਆਂ ਤੇ ਗੱਲਬਾਤ ਹੋਈ, ਨਾਭੇ ਦੇ ਮੁੱਦਿਆਂ ਤੇ ਗੱਲਬਾਤ ਹੋਈ, ਕਿਉਂਕਿ ਪਹਿਲਾਂ ਮੈਂ ਜਿਸ ਤਰ੍ਹਾਂ ਗੱਲ ਕਰ ਰਿਹਾ ਸੀ, ਨਾਭਾ ਇੱਕ ਰਿਆਸਤੀ ਸ਼ਹਿਰ ਹੈ, ਤਾਂ ਪੂਰੇ ਨਾਭੇ ਸ਼ਹਿਰ ਦਾ ਗੇੜਾ ਵੀ ਲਾਇਆ ਆਪਾਂ। MLA ਸਾਹਿਬ ਕਿਸ ਤਰ੍ਹਾਂ ਸਵੇਰ ਤੋਂ ਕੰਮ ਕਰਨਾ ਸ਼ੁਰੂ ਹੋ ਜਾਂਦੇ ਨੇ ਤਾਂ ਸ਼ਾਮ ਤੱਕ ਉਹਨਾਂ ਦੀ ਕੀ ਰੂਟੀਨ ਰਹਿੰਦੀ ਹੈ, ਸਾਰਾ ਤੁਹਾਨੂੰ ਦਿਖਾਇਆ। ਸੋ ਇਹ ਤੁਹਾਨੂੰ ਸਾਡੀ ਪੇਸ਼ਕਸ਼ ਕਿਸ ਤਰ੍ਹਾਂ ਦੀ ਲੱਗੀ, ਉਮੀਦ ਹੈ ਸਾਡੀ ਤੁਸੀਂ ਇਹ ਪੇਸ਼ਕਸ਼ ਜ਼ਰੂਰ ਪਸੰਦ ਕਰੋਗੇ। ਕੈਮਰਾਮੈਨ ਵਿਪਿਨ ਮਹਿਰਾ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ, ਔਨ 에ਅਰ ਨਾਭਾ।